ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰੇਸ਼ ਸ਼ਰਮਾ ਨੌ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਇਸ ਟਾਈਮ ਅਸੀਂ ਬਠਿੰਡਾ ਦੇ ਦਾਣਾ ਮੰਡੀ ਦੇ ਰਾਮਬਾਗ ਦੇ ਵਿੱਚ ਖੜਾ। ਸਾਡੇ ਨਾਲ ਵਿਜੇ MC ਸਮਾਜ ਸੇਵੀ ਸਾਡੇ ਨਾਲ ਆ। ਗੱਲਬਾਤ ਕਰਦੇ ਹਾਂ ਜਦੋਂ ਦਾ ਲੋਕਡਾਊਨ ਹੋਇਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਪੂਰੇ ਪੰਜਾਬ ਦੇ ਕਿ ਪੂਰੇ ਦੇਸ਼ ਦੇ ਹਾਲਾਤਾਂ ਦੇ ਵਿੱਚ, ਇਸ ਭੀੜ ਦੇ ਵਿੱਚ ਦੇਸ਼ ਜਿਹੜਾ ਗੁਜ਼ਰ ਰਿਹਾ, ਕਿਹਦਾ ਵੱਡਾ ਯੋਗਦਾਨ ਆ ਇਸ ਵਿੱਚ, ਕਿਉਂਕਿ ਪਾਵਰਫੁਲ ਜਿਹੜੇ ਦੇਸ਼ ਸੀ ਕੀ ਹਾਲਾਤ ਉਹਨਾਂ ਦੇ ਹੋ ਗਏ, ਕਿਸ ਦੇ ਸਹਾਰੇ ਇਸ ਟਾਈਮ ਜਿਹੜਾ ਦੇਸ਼ ਆ ਉਹ ਚੱਲ ਰਿਹਾ, ਕੌਣ ਹੁਣ ਦੇਸ਼ ਨੂੰ ਚਲਾ ਰਿਹਾ। ਗੱਲਬਾਤ ਕਰਦੇ ਹਾਂ। ਵਿਜੇ ਕੁਮਾਰ ਜੀ ਸਤਿ ਸ਼੍ਰੀ ਅਕਾਲ। ਇੱਕ ਤਾਂ ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਜਿਹੜੇ ਹੁਣ ਹਾਲਾਤ ਬਣੇ ਹੋਏ ਆ ਵਿਜੇ ਜੀ, ਕੀ ਕਹਿਣਾ ਚਾਹੋਗੇ? ਹਾਲਾਤ ਤਾਂ ਦੇਖੋ ਜਿਹੜੇ ਇਸ ਵੇਲੇ ਵਰਲਡ ਦੇ ਅੰਦਰ ਹੀ ਚੱਲ ਰਹੇ ਆ, ਸਾਰੇ ਹਾਲਾਤ ਮਾੜੇ ਹੀ ਹੈ, ਪਰ ਇੰਡੀਆ ਦੇ ਅੰਦਰ ਵੀ ਮੈਨੂੰ ਲੱਗਦਾ ਦਿਨੋਂ ਦਿਨ ਕੇਸ ਵੱਧ ਰਹੇ ਆ। ਤੇ ਜਿਹੜਾ ਲੋਕਡਾਊਨ, ਅੱਜ ਲੋਕਡਾਊਨ ਨੂੰ 37 ਦਿਨ ਹੋ ਗਏ। 37 ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਤਾਂ ਕਰਫਿਊ ਹੀ ਲੱਗਿਆ ਹੋਇਆ 37 ਦਿਨਾਂ 'ਚ। ਇਹ ਇਤਿਹਾਸ ਦੇ ਅੰਦਰ ਪਹਿਲੀ ਵਾਰੀ ਲੱਗਿਆ, ਕਿਉਂਕਿ ਜਦੋਂ ਵੀ 71 ਦੀ ਬਾਹਰ ਦੀ ਲੜਾਈ ਹੋਈ ਸੀ ਉਸ ਟਾਈਮ 'ਤੇ 13 ਦਿਨ ਲਈ ਲੱਗਿਆ ਸੀ ਕਰਫਿਊ। 71 ਦੀ ਲੜਾਈ ਵੇਲੇ 33 ਦਿਨ ਲੱਗਿਆ ਸੀ। ਹੁਣ ਅੱਜ 37 ਦਿਨ, ਯਾਨੀ ਕਿ ਸਭ ਤੋਂ ਜ਼ਿਆਦਾ ਜਿਹੜਾ ਕਰਫਿਊ ਲੱਗਿਆ, ਜਿਹਦੇ ਅੰਦਰ ਲੋਕਾਂ ਦੀਆਂ ਦੂਰੀਆਂ ਤਾਂ ਪੈਣੀਆਂ ਸੀ, ਕਿਉਂਕਿ ਲੋਕਾਂ ਨੂੰ ਜਿਹੜਾ ਫਾਸਲਾ ਰੱਖਿਆ, ਬਿਮਾਰੀ ਦਾ ਜਿਹੜਾ ਇਲਾਜ ਦੱਸ ਰਿਹਾ ਉਹ ਦੱਸ ਰਿਹਾ ਵੀ ਫਾਸਲਾ ਹੀ ਇੱਕ ਇਲਾਜ ਹੈ। ਮੈਂ ਤਾਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ, ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਅੱਜ ਇੱਕ ਤਾਂ ਤੁਸੀਂ ਬੜੀ ਪਵਿੱਤਰ ਥਾਂ 'ਤੇ ਲੈ ਕੇ ਆਏ ਹੋ ਮੈਨੂੰ, ਰਾਮਬਾਗ ਦੇ ਵਿੱਚ। ਰਾਮਬਾਗ ਜਿੱਥੇ ਸਾਰਿਆਂ ਨੇ ਆਉਣਾ, ਮੈਂ ਵੀ ਆਉਣਾ, ਸਾਰਿਆਂ ਨੇ ਆਉਣਾ। ਅੱਜ ਇਹ ਜੀ ਥਾਂ 'ਤੇ ਪਹਿਲੇ ਵਾਰੀ ਇੰਟਰਵਿਊ ਹੋਣ ਲੱਗੀ ਹੈ ਜਦੋਂ ਦਾ ਮੈਂ ਹੋਸ਼ ਸੰਭਾਲਿਆ। ਤਾਂ ਜਿਹੜੇ ਇੱਥੋਂ ਦੀਆਂ, ਮੈਂ ਇੱਥੋਂ ਤੋਂ ਸ਼ੁਰੂਆਤ ਕਰਨ ਲੱਗਿਆ ਕਿ ਜਿਹੜੀਆਂ ਇੱਥੇ ਡੈੱਡ ਬੋਡੀਆਂ ਉਹ ਘੱਟ ਆਉਣ ਲੱਗ ਗਈ। ਜਿਹੜੀ ਇੱਥੋਂ ਦੀ ਗੱਲ ਕਰ ਰਿਹਾ ਰਾਮਬਾਗ ਦੇ ਅੰਦਰ, ਉਹਦਾ ਕਾਰਨ ਕੀ ਹੈ? ਕਿਉਂਕਿ ਐਕਸੀਡੈਂਟ ਘੱਟ ਗਏ, ਕਿਉਂਕਿ ਜਦੋਂ ਸਾਰਾ ਕੋਈ ਵਹੀਕਲ ਹੀ ਬੰਦ ਪਏ ਹੈ। ਅਤੇ ਬਿਮਾਰੀਆਂ ਜਿਹੜੀਆਂ ਸੀਗੀਆਂ, ਜਿਵੇਂ ਮੰਨ ਲਓ, ਇਹਦਾ ਮਤਲਬ ਤਾਂ ਇਹ ਹੋਇਆ ਵੀ ਜਿਹੜੇ ਡਾਕਟਰ ਧੱਕੇ ਨਾਲ ਸਟੰਟ ਪਾ ਦਿੰਦੇ ਸੀ, ਇਹਦਾ ਮਤਲਬ ਤਾਂ ਹੋਇਆ। ਜਾਂ ਫੂਡ ਫੂਡ ਦੀ ਆਪਾਂ ਖਾਂਦੇ ਸੀ ਰੋਜ਼, ਤਲੀਆਂ ਤੁਲੀਆਂ ਫਾਸਟ ਫੂਡ ਵਗੈਰਾ ਖਾਂਦੇ ਸੀਗੇ, ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਜ਼ਿਆਦਾ ਸੀ, ਉਹਦੇ ਕਰਕੇ ਜਿਹੜਾ ਬਹੁਤ ਵੱਡਾ ਗ੍ਰਾਫ ਜਿਹੜਾ ਡਿੱਗਿਆ, ਉਹ ਬਹੁਤ ਜ਼ਿਆਦਾ ਮੌਤਾਂ ਦਾ ਡਿੱਗ ਪਿਆ। ਉਹ ਤਾਂ ਚਲੋ ਵਧੀਆ, ਪਰ ਉੱਧਰਲੇ ਪਾਸੇ ਜਿਹੜਾ ਵੱਧ ਰਿਹਾ ਉਹ ਮਾੜਾ ਹੋ ਰਿਹਾ। ਪਰ ਜਿੱਥੇ ਅਸੀਂ ਇਸ ਵੇਲੇ ਰਾਮਬਾਗ 'ਚ ਖੜ੍ਹੇ, ਮੈਂ ਇੱਥੇ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਇੱਥੋਂ ਹੀ ਸ਼ੁਰੂ ਕਰਨ ਲੱਗਿਆ ਕਿ ਇਸ ਵੇਲੇ ਜਿਹੜੀ ਅਸੀਂ ਹੁਣ ਕੱਲ੍ਹ ਦੇਖੋ, ਇੱਕ ਬਠਿੰਡੇ ਦੇ ਅੰਦਰ ਟਰੱਕ ਆ ਗਿਆ, ਉਹਦੇ ਅੰਦਰ ਕਿੰਨੇ ਹੀ ਬਾਹਰੋਂ ਪ੍ਰਦੇਸੀ ਬੰਦੇ ਆਏ, 1000 ਕਿਲੋਮੀਟਰ ਤੱਕ ਆ ਗਏ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਇੱਕ ਗਰੀਬ ਬੰਦਾ ਜਦੋਂ ਕੋਈ ਰਾਸ਼ਨ ਲੈਣ ਸੜਕ 'ਤੇ ਜਾਂਦਾ, ਉਹਨੂੰ ਪੁਲਿਸ ਲਾਂਗਾ ਮਾਰਦੀ ਹੈ। ਕਿੱਡਾ ਵੱਡਾ ਦੇਖੋ ਗੈਪ ਹੈ, ਇਹਨੂੰ ਸੁਧਾਰਨ ਦੀ ਲੋੜ ਸੀਗੀ, ਪਰ ਇਹਨੂੰ ਸੁਧਾਰਿਆ ਨਹੀਂ ਗਿਆ। ਅਤੇ ਅੱਜ ਸਟੂਡੈਂਟ ਵੀ ਲਿਆਂਦੇ ਗਏ ਹੈ। ਮੈਂ ਕਹਿੰਦਾ ਕੋਈ ਸਭ ਨੂੰ ਲੈ ਕੇ ਆਓ, ਸ਼ਰਧਾਂਜਲੀ ਜਿੱਥੇ ਜਿੱਥੇ ਫਸੇ ਸਾਰਿਆਂ ਨੂੰ ਲਿਆਉਣਾ ਚਾਹੀਦਾ। ਪਰ ਜਿਹੜੇ ਲੋਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਇੱਕ ਦੂਜੀ ਥਾਵਾਂ 'ਤੇ ਬੈਠੇ ਆ, ਚਾਹੇ ਹਰਿਆਣੇ 'ਚ ਬੈਠਾ, ਕਿਤੇ ਵੀ ਬੈਠਾ, ਕਿਸੇ ਦਾ ਬੱਚਾ ਬਾਹਰ ਬੈਠਾ, ਕਿਸੇ ਦੀ ਘਰਵਾਲੀ ਬਾਹਰ ਬੈਠੇ, ਕਿਸੇ ਦੀ ਚਾਚੇ ਬਾਹਰ ਬੈਠੇ ਹੈ, ਕਿਸੇ ਦੀ ਮਾਂ ਬਾਹਰ ਬੈਠੀ ਹੈ, ਉਹਦੇ ਲਈ ਪ੍ਰਸ਼ਾਸਨ ਨੇ ਵੀ ਕੁਝ ਨਹੀਂ ਕੀਤਾ, ਸਰਕਾਰ ਨੇ ਵੀ ਕੁਝ ਨਹੀਂ ਕੀਤਾ। ਪੰਜਾਬ ਸਰਕਾਰ ਨੇ ਉਹਨਾਂ ਨੂੰ ਲਿਆਉਣ ਦਾ ਕੋਈ ਉਪਰਾਲਾ ਨਹੀਂ ਕੀਤਾ, ਨਾ ਉਹਨਾਂ ਨੂੰ ਕੋਈ ਪਾਸ ਮਿਲ ਰਿਹਾ। ਉਹਨਾਂ ਦੇ ਬੱਚੇ ਜਿੱਥੇ ਬੈਠੇ ਉੱਥੇ ਬੈਠੇ। ਅੱਜ 37 ਦਿਨ ਹੋ ਗਏ ਪਰਿਵਾਰਾਂ ਨੂੰ ਵਿਛੜਿਆ ਹੋਇਆ। ਜੇ ਅਸੀਂ ਇਹਨਾਂ ਬਾਰੇ ਸੋਚ ਸਕਦੇ ਹਾਂ, ਸਟੂਡੈਂਟਾਂ ਬਾਰੇ, ਜਿਹੜੇ ਸਾਡੇ ਧਾਰਮਿਕ ਸਥਾਨਾਂ 'ਤੇ ਗਏ ਸੀ, ਉਹਨਾਂ ਬਾਰੇ ਸੋਚਦੇ ਹਾਂ। ਇਹਨਾਂ ਬਾਰੇ ਸੋਚਣਾ ਵੀ ਸਾਡੀ ਇੱਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਆਹ ਰਾਮਬਾਗ ਜਿੱਥੇ ਅਸੀਂ ਖੜ੍ਹੇ ਹਾਂ, ਰਾਮਬਾਗ ਦੇ ਅੰਦਰ ਇਸ ਵੇਲੇ ਜਿਹੜੇ ਫੁੱਲ ਚੁਗਦੇ ਹਾਂ ਅਸੀਂ, ਜਦੋਂ ਕੋਈ ਸੰਸਕਾਰ ਹੁੰਦਾ, ਉਹ ਫੁੱਲ ਜਦੋਂ ਚੁਗਦੇ ਹਾਂ, ਫੁੱਲ ਜਿਹੜੇ ਇੱਥੇ ਅੱਜ ਜਿਹੜੇ ਲੋਕਰ ਆ ਸਾਰੇ ਭਰੇ ਪਏ ਆ, ਜਿੰਨੇ ਵੀ ਰਾਮਬਾਗ ਬਠਿੰਡੇ ਦੇ ਪੈਂਦਾ, ਮਤਲਬ ਸਾਰੇ ਕਿਤੇ ਇਹ ਹਾਲਾਤ ਹੈ। ਘੱਟੋ ਘੱਟ ਇਹਨਾਂ ਜਿਹੜੀਆਂ ਅਸਥੀਆਂ ਜਿਹੜੀਆਂ ਇੱਥੇ ਚੁਗਦੇ ਆ, ਉਹਨਾਂ ਨੂੰ ਲਈ ਤਾਂ ਇੱਕ ਪਾਸ ਬਣਨਾ ਜ਼ਰੂਰੀ ਸੀ ਨਾ। ਇੱਕ ਕਾਰ ਦੇ ਅੰਦਰ ਇੱਕ ਡਰਾਈਵਰ ਤੇ 2 ਪਰਿਵਾਰ ਦੇ ਜੀ ਜਾ ਕੇ ਉੱਥੇ ਗੰਗਾ ਦੇ ਅੰਦਰ ਪ੍ਰਭਾਵਿਤ ਕਰਕੇ ਆਉਂਦੇ। ਇਹ ਤਾਂ ਅਸੀਂ ਪਾਪ ਦੇ ਭਾਗੀ ਨਾ ਬਣਦੇ, ਇਹ ਤਾਂ ਪਾਪ ਦੇ ਭਾਗੀਆਂ ਕਿ ਅਸੀਂ ਫੁੱਲ ਵੀ ਇੱਥੇ ਰੱਖੀ ਬੈਠੇ ਹਾਂ। ਇਹਦੇ ਪ੍ਰਸ਼ਾਸਨ ਨੇ ਕਦੇ ਇਹਦੇ ਬਾਰੇ ਨਹੀਂ ਸੋਚਿਆ। ਪ੍ਰਸ਼ਾਸਨ ਦਾ ਜਿਹੜਾ ਕੰਮ ਸੀ, ਸਰਕਾਰ, ਪੰਜਾਬ ਦਾ ਸਰਕਾਰ ਕੰਮ ਬਣਦਾ ਸੀ ਕਿ ਜਿਹੜੇ ਲੋਕ ਅੱਜ ਭੁੱਖੇ ਧਿਆਏ ਘਰਾਂ ਦੇ ਅੰਦਰ ਬੈਠੇ ਆ, ਜਿਹੜੇ ਮੱਧ ਵਰਗੀ ਲੋਕ ਸਾਡੇ ਵਰਗੇ ਸੜਕਾਂ 'ਤੇ ਹੈਗੇ ਆ, ਉਹਨਾਂ ਬਾਰੇ ਨਾ ਤਾਂ ਦੇਖੋ ਪੰਜਾਬ ਸਰਕਾਰ ਨੇ ਕੋਈ ਪ੍ਰਪੋਜ਼ਲ ਬਣਾਈ, ਨਾ ਸੈਂਟਰ ਸਰਕਾਰ ਨੇ ਕੋਈ ਪ੍ਰਪੋਜ਼ਲ ਬਣਾਈ। ਸਿਰਫ ਇੱਕ ਆਰਡਰ ਕਰਤਾ, ਤਾਨਾਸ਼ਾਹੀ ਵਾਂਗੂ ਪੰਜਾਬ ਬੰਦ, ਕਰਫਿਊ ਲੱਗਿਆ, ਹਿੰਦੁਸਤਾਨ ਬੰਦ, ਮੋਦੀ ਸਾਹਿਬ ਕਹਿੰਦੇ ਵੀ ਲੋਕਡਾਊਨ। ਮੈਨੂੰ ਇੱਕ ਦੱਸ ਦਿਓ ਵੀ ਜੇ ਤੁਸੀਂ ਲੋਕਡਾਊਨ ਇੱਕੋ ਦਮ ਕਹਿਤਾ, ਕੀ ਕੋਈ ਤੁਹਾਡੀ ਪਲਾਨਿੰਗ ਨਹੀਂ ਸੀ? ਕੀ ਤੁਸੀਂ ਕਦੇ ਬਹਿ ਕੇ ਸੋਚਿਆ ਵੀ ਜਿਹੜੇ ਮੱਧ ਵਰਗੀ ਲੋਕ ਹੈ, ਰੇਹੜੀਆਂ ਵਾਲਿਆਂ ਤੋਂ ਛੱਡ ਕੇ ਅੱਜ ਸਾਰਾ ਵਪਾਰ ਠੱਪਾ ਬੰਦ ਪਿਆ, ਅੱਜ ਲੋਕ ਘਰਾਂ ਦੇ ਅੰਦਰ ਡੁੱਬ ਕੇ ਬੈਠੇ ਹੈ ਅਤੇ ਉਹਨਾਂ ਦੇ ਅੰਦਰ ਚਿੰਗਾਰੀਆਂ ਬੁੜਕ ਰਹੀਆਂ ਵੀ ਸਾਡਾ ਕੀ ਬਣੂਗਾ। ਅੱਜ ਦੇਖੋ ਹਲਵਾਈ ਵਿਹਲੇ, ਫੋਟੋਗ੍ਰਾਫਰ ਵਿਹਲੇ, ਮਰਿਆਰੀ ਵਾਲੇ ਵਿਹਲੇ, ਰੇਹੜੀਆਂ ਵਾਲੇ ਟੋਟਲ ਵਿਹਲੇ। ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਚੱਲ ਰਿਹਾ ਹੋਵੇ। ਮੈਂ ਇਹ ਕਹਿਣਾ ਚਾਹੁੰਦਾ, ਕਹਿੰਦੇ ਅਸੀਂ ਰਾਸ਼ਨ ਦੇ ਰਹੇ ਹਾਂ, ਰਾਸ਼ਨ ਤੁਸੀਂ ਗਰੀਬਾਂ ਨੂੰ ਦੇ ਰਹੇ ਹੋ, ਜਿਹੜੇ ਬੈਠੇ ਆ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਨੂੰ ਤੁਸੀਂ ਦੇ ਰਹੇ ਹੋ। ਉਹ ਜਿਹੜੇ ਤੁਸੀਂ ਰਾਸ਼ਨ ਦੇ ਰਹੇ ਹੋ, ਮੈਂ ਇਹ ਨਹੀਂ ਕਹਿੰਦਾ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਦੇਖੋ ਹਰ ਇੱਕ ਦੇ ਢਿੱਡ ਦੇ ਵਿੱਚ ਖਾਲੀ ਪੇਟ ਕੋਈ ਬੰਦਾ ਰਹਿ ਨਹੀਂ ਸਕਦਾ। ਰੋਟੀ ਦੇਣਾ ਕਿ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਾਰੀਆਂ ਸੰਸਥਾਵਾਂ ਕਰ ਰਹੀਆਂ,
ਜਿੰਨੇ ਵੀ ਮੇਰੇ ਪੱਤਰਕਾਰ ਵੀਰ ਉਹ ਵੀ ਵਿਚਾਰੇ ਦਿਨ ਰਾਤ ਆਪਣੇ ਬੱਚਿਆਂ ਨੂੰ ਛੱਡ ਕੇ ਸੜਕਾਂ 'ਤੇ ਫਿਰਦੇ ਆ, ਸਾਨੂੰ ਇੱਕ ਪਲ ਦੀ ਰਿਪੋਰਟ ਘਰਾਂ 'ਚ ਦੇ ਰਹੇ ਆ। ਪਰ ਜਿਹੜਾ ਲੋਕਡਾਊਨ ਹੈ ਇਹਨੂੰ ਖੋਲ੍ਹਣਾ ਵੀ ਤਾਂ ਕਿਤੇ ਨਾ ਕਿਤੇ ਜ਼ਰੂਰੀ ਹੈ ਨਾ। ਮੈਂ ਇਹ ਨਹੀਂ ਕਹਿੰਦਾ ਵੀ ਖੋਲ੍ਹ ਦਿਓ, ਮੈਂ ਨਹੀਂ ਕਹਿੰਦਾ ਮੇਰੇ ਕਿਸੇ 'ਤੇ ਖੋਲ੍ਹ ਦਿਓ, ਕਿਉਂਕਿ ਮੈਂ ਇਹਦਾ ਗਿਆਤਾ ਨਹੀਂ, ਮੈਂ ਕੋਈ ਇਹਦਾ ਗਿਆਨੀ ਨਹੀਂ। ਪਰ ਘੱਟੋ ਘੱਟ ਜਿਹੜੀ ਤੁਸੀਂ 20 ਮੈਂਬਰੀ ਕੋਈ ਕਮੇਟੀ ਬਣਾਈ ਹੈ ਉਹਦੇ ਤੋਂ ਇੱਕ ਰਾਏ ਲੈ ਕੇ ਤੁਸੀਂ ਇਹ ਤਾਂ ਦੱਸ ਸਕਦੇ ਹੋ ਨਾ ਵੀ ਲੋਕਡਾਊਨ ਖੁੱਲ੍ਹੂ ਕਦੋਂ। ਤੁਸੀਂ ਕੋਈ ਇਹ ਮਾਪਦੰਡ ਨਹੀਂ ਦੱਸ ਰਹੇ ਵੀ ਅੱਜ ਖੁੱਲ੍ਹੂਗਾ, ਮਹੀਨੇ ਨੂੰ ਖੁੱਲ੍ਹੂਗਾ, ਡੇਢ ਮਹੀਨੇ ਨੂੰ ਖੁੱਲ੍ਹੂਗਾ। 37 ਦਿਨਾਂ ਦੇ ਅੰਦਰ ਤੁਸੀਂ ਇੱਕ ਵੀ ਪੁਆਇੰਟ ਨਹੀਂ ਸੋਚਿਆ ਵੀ ਜਿਹੜੇ ਮੱਧ ਵਰਗੀ ਲੋਕ ਹੈ, ਗਰੀਬ ਲੋਕ ਹੈ, ਉਹਨਾਂ ਨੂੰ ਰੋਟੀ ਤੋਂ ਇਲਾਵਾ ਘਰ ਦੇ ਅੰਦਰ ਬੱਚੇ ਜਿਹੜੇ ਆ ਦੁੱਧ ਵੀ ਚਾਹੀਦਾ, ਉਹਨਾਂ ਨੂੰ ਦਵਾਈਆਂ ਵੀ ਚਾਹੀਦੀਆਂ, ਉਹਨਾਂ ਨੂੰ ਬਹੁਤ ਕੁਝ ਚਾਹੀਦਾ ਹੈ, ਪੜ੍ਹਾਈਆਂ ਵੀ ਬੰਦ ਹੋਈਆਂ ਪਈਆਂ। ਘੱਟੋ ਘੱਟ ਜਿਹੜਾ ਸਾਡਾ ਫਿਊਚਰ ਹੈ ਬਹੁਤ ਪਿੱਛੇ ਜਾ ਰਿਹਾ। ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜੋ ਕੁਝ ਕੀਤਾ ਨਰੇਸ਼ ਜੀ ਉਹ ਸਾਡੇ ਫਾਇਦੇ ਲਈ ਕੀਤਾ, ਸਾਡੇ ਬੱਚਿਆਂ ਨੂੰ ਬਚਾਉਣ ਲਈ, ਸਾਡੇ ਪਰਿਵਾਰਾਂ ਨੂੰ ਬਚਾਉਣ ਲਈ ਕੀਤਾ। ਪਰ ਅਸੀਂ ਲੋਕ ਉਸ ਗੱਲਾਂ 'ਤੇ ਪੂਰੇ ਨਹੀਂ ਉਤਰ ਰਹੇ। ਸਾਡਾ ਸਮਾਜ ਉਸ ਗੱਲ 'ਤੇ ਪੂਰਾ ਨਹੀਂ ਉਤਰ ਰਿਹਾ, ਕਿਉਂਕਿ ਸਾਡੇ ਸਮਾਜ ਦੇ ਵਿੱਚ ਇੰਨੀ ਕੰਪੀਟੀਸ਼ਨ ਨਹੀਂ ਆ, ਅੰਦਰ ਆਪਦੇ ਆਪ 'ਚ ਜਜ਼ਬਾ ਹੀ ਨਹੀਂ ਕਿ ਅਸੀਂ ਇਹ ਬਿਮਾਰੀ ਦਾ ਮਤਲਬ ਕੀ ਸਮਝ ਰਹੇ ਹਾਂ। ਉਹ ਕਹਿੰਦੇ ਦੂਰੀ ਬਣਾਓ, ਅਸੀਂ ਗਲੀਆਂ ਦੇ ਵਿੱਚ ਮੇਲਾ ਲਾ ਕੇ ਬਹਿ ਜਾਂਦੇ ਹਾਂ। ਅਸੀਂ ਪ੍ਰਸ਼ਾਸਨ ਦੀ ਕੋਈ ਗੱਲ ਨਹੀਂ ਮੰਨਦੇ। ਪ੍ਰਸ਼ਾਸਨ ਜੇ ਕੁਝ ਕਰ ਰਿਹਾ ਸਾਡੇ ਲਈ ਕਰ ਰਿਹਾ। ਜੇ ਦਿਨ ਰਾਤ ਪੁਲਿਸ 4-4 ਦਿਨ ਵਰਦੀ ਪਾ ਕੇ ਸੜਕਾਂ 'ਤੇ ਫਿਰਦੀ ਹੈ, ਪੱਤਰਕਾਰ 2-2 ਦਿਨ ਆਪਣੇ ਵਿਚਾਰੇ ਕੱਪੜੇ ਨਹੀਂ ਧੋਂਦੇ, ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਸਾਨੂੰ ਬਚਾਉਣਾ। ਨਰਸਾਂ ਵਿਚਾਰੀਆਂ 24 ਘੰਟੇ ਉੱਤੇ ਡਿਊਟੀ ਦੇ ਰਹੀ ਹੈ, ਡਾਕਟਰ 24 ਘੰਟੇ ਡਿਊਟੀ ਦੇ ਰਿਹਾ, NOG 24 ਘੰਟੇ ਲੱਗੇ ਪਏ ਹੈ, ਜਿੰਨੀਆਂ ਸੰਸਥਾਵਾਂ ਬਠਿੰਡੇ ਦੀਆਂ ਲੱਗੀਆਂ ਪਈਆਂ, ਜਿੰਨੇ ਵਪਾਰੀ ਲੋਕ ਹੈ ਉਹਨਾਂ ਨੇ ਬੜੀ ਮਦਦ ਕੀਤੀ। ਮੈਨੂੰ ਲੱਗਦਾ ਕੋਈ ਇਹ ਜਿਹਾ ਘਰ ਨਹੀਂ ਜਿੰਨੇ ਕਿਸੇ ਦੀ ਮਦਦ ਨਾ ਕੀਤੀ ਹੋਵੇ। ਮੈਨੂੰ ਕਈ ਬੰਦੇ ਕਹਿੰਦੇ ਵੀ ਤੁਸੀਂ ਨਹੀਂ ਕਰ ਰਹੇ ਕੁਝ। ਮੈਂ ਜੋ ਕੁਝ ਕਰ ਰਿਹਾ ਮੈਂ ਫੋਟੋ ਨਹੀਂ ਪਾ ਰਿਹਾ, ਮੈਂ ਬਹੁਤ ਕੁਝ ਕਰ ਰਿਹਾ। ਮੈਨੂੰ ਲੱਗਦਾ ਕਿਸੇ ਨੇ ਨਹੀਂ ਕੀਤਾ ਹੋਣਾ ਜਿੰਨਾ ਕੁ ਅਸੀਂ ਕਰਤਾ ਹੋਣਾ। ਮੈਂ ਫੋਟੋ ਨਹੀਂ ਪਾਈ ਕਿਉਂਕਿ ਨਰੇਸ਼ ਜੀ ਇਹ ਬਹੁਤ ਵੱਡੀ ਗੱਲ ਹੈ। ਕਿਸੇ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਅੱਜ ਲੋਕ ਮਜਬੂਰ ਹੈ। ਕਿਉਂਕਿ ਜਦੋਂ ਅਸੀਂ ਰੋਟੀਆਂ ਦਾ 4 ਦਿੰਦੇ ਆ ਤੇ ਜਿਹੜੇ ਦਿਆਲੂ ਆ ਉਹ ਬਾਲੇ ਹੋ ਜਾਂਦੇ। 2 ਕਿਲੋ ਆਲੂ 40 ਦਿਆਲੂ, 20 ਜਗ੍ਹਾ ਤੇ ਫੋਟੋ, 20 ਥਾਂ ਤੇ ਫੋਟੋ, ਇੱਕ ਕੇਲੇ ਦੀ 40 ਥਾਂ ਦੀ ਫੋਟੋ, 2 ਕਿਲੋ ਆਲੂ ਦਿੰਦੇ 40 ਦਿਆਲੂ ਬਣ ਜਾਂਦੇ ਆ। 4 ਰੋਟੀਆਂ ਦਿੰਦੇ 16 ਫੋਟੋਆਂ ਖਿੱਚ ਲੈਂਦੇ ਆ। ਮਜਬੂਰ ਆ ਬੰਦਾ ਹੱਥ ਟੱਡਣ ਦਾ। ਮੈਂ ਇੱਕ ਫੇਰ ਵੀ ਬੇਨਤੀ ਕਰਦਾ, ਮੈਨੂੰ ਜਿੱਥੇ ਵੀ ਇੰਟਰਵਿਊ ਲਈ ਮੈਂ ਕਿਹਾ ਕਿ ਸਾਡੀ ਮਜਬੂਰੀ ਹੈ, ਸਾਡੇ ਲੋਕਾਂ ਦੀ ਮਜਬੂਰੀ ਹੈ ਹੱਥ ਟੱਡਣਾ, ਕਿਉਂਕਿ ਘਰ ਦੇ ਅੰਦਰ ਕੁਝ ਹੈ ਨਹੀਂ। ਮਜਬੂਰੀ ਹੈ ਉਹ ਵੀ ਹੱਥ ਐਸ ਕਰਕੇ ਟੱਡਿਆ ਜਾ ਰਿਹਾ ਕਿਉਂਕਿ ਜਵਾਕ ਭੁੱਖੇ, ਘਰ ਦੇ ਅੰਦਰ ਬੱਚੇ ਭੁੱਖੇ ਬੈਠੇ, ਐਸ ਕਰਕੇ ਮਾਂ ਪਿਓ ਹੱਥ ਟੱਡ ਰਿਹਾ। ਪਰ ਇਸ ਕਰਕੇ ਨਹੀਂ ਟੱਡ ਰਿਹਾ ਕਿਉਂਕਿ ਉਹਨੂੰ ਆਪਣੀ ਭੁੱਖ ਹੀ ਚੱਲ ਸਕਦਾ, ਪਰ ਜਵਾਕਾਂ ਦੀ ਭੁੱਖ ਨਹੀਂ ਚੱਲ ਸਕਦਾ। ਇਸ ਕਰਕੇ ਜਿਹੜੀ ਸਥਿਤੀ ਹੈ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ, ਫੋਟੋ ਖਿੱਚ ਕੇ ਕਿਸੇ ਦੀ ਨਾ ਪਾਓ, ਕਿਉਂਕਿ ਉਹਨੂੰ ਐਂ ਲੱਗਦਾ ਵੀ ਗਿਲਟੀ ਮਹਿਸੂਸ ਕਰਦਾ ਹੈ। ਅੱਜ ਜਿਹੜਾ ਵੀ ਕੋਈ NOG ਹੈ ਜਾਂ ਕੋਈ ਸੰਸਥਾ ਉਹ ਸਾਰੀ ਝੁੱਗੀ ਝੋਵੜ ਤੋਂ ਪੱਟੀ ਨੂੰ ਭੱਜ ਰਹੀ ਹੈ, ਸੜਕਾਂ 'ਤੇ ਭੱਜ ਰਹੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹੁਣ ਦੇਖੋ ਮਿਡਲ ਕਲਾਸ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ। 37 ਦਿਨ ਹੋ ਗਏ। 37 ਦਿਨਾਂ ਦੇ ਅੰਦਰ ਜੇ ਤੁਸੀਂ ਰਾਸ਼ਨ ਨਹੀਂ ਪੂਰਾ ਕਰ ਸਕੇ, ਘਰ ਅਪਾਰਕਾਰ ਸਥਿਤੀ ਲਾਗੂ ਕੀਤੀ। ਅਪਾਰਕਾਰ ਸਥਿਤੀ ਦਾ ਮਤਲਬ ਹੁੰਦਾ ਸੈਂਟਰ ਨੇ ਤੇ ਪੰਜਾਬ ਸਰਕਾਰ ਨੇ ਹਰ ਘਰ ਦਾ ਦਰਵਾਜ਼ਾ ਖੜਕਾਉਣਾ, ਚਾਹੇ ਉਹ ਛੋਟਾ ਤੇ ਚਾਹੇ ਉਹ ਵੱਡਾ ਹੈ, ਉਹਦਾ ਦਰਵਾਜ਼ਾ ਖੜਕਾ ਕੇ ਕਹਿਣਾ ਵੀ ਤੈਨੂੰ ਕਿਸ ਚੀਜ਼ ਦੀ ਲੋੜ ਹੈ। ਇਹ ਨਹੀਂ ਖੜਕਾਇਆ ਜਾਂਦਾ ਕਿਉਂਕਿ ਜਿਹੜੇ ਮੱਧ ਵਰਗੀ ਲੋਕ ਆ ਘਰਾਂ 'ਚ ਬੈਠੇ, ਜਿਨ੍ਹਾਂ ਦੇ ਪੱਥਰ ਪੱਕੇ ਲੱਗੇ, AC ਲੱਗੇ ਹੈ, ਸਭ ਕੁਝ ਲੱਗਿਆ, ਕਾਰ ਵੀ ਹੈਗੀ ਹੈ, ਮੋਟਰਸਾਈਕਲ ਵੀ ਹੈਗਾ, ਪਰ ਉਹ ਸਾਰਾ ਕੁਝ ਕਿਸ਼ਤਾਂ 'ਤੇ ਹੈ, ਉਹਨਾਂ ਦਾ ਆਪਦਾ ਕੁਝ ਨਹੀਂ। ਇੱਕ ਵਿਜੇ ਜੀ ਗੱਲ ਤੁਹਾਡੀ ਕੱਟਦਾ ਮੈਂ। ਪਿਛਲੇ ਦਿਨੀ ਇੱਕ ਝੀਲ ਦੇ ਵਿੱਚ ਛਾਲ ਮਾਰ ਕੇ 33 ਸਾਲ ਦਾ ਬੰਦਾ ਸੀ, ਜਿਹੜਾ 2 ਬੱਚੇ ਸੀ, ਸੁਸਾਈਡ ਕਰ ਲਿਆ। ਕਿਉਂਕਿ ਉਹ ਕਹਿੰਦਾ 2 ਵਾਰੀ ਮੈਂ ਇੱਕ MC ਕੋਲੇ ਗਿਆ ਸੀ ਮੰਗਣ ਵਾਸਤੇ, ਮੈਨੂੰ ਕੁਝ ਮਿਲਿਆ ਨਹੀਂ, ਇਸ ਕਰਕੇ ਨਿਰਾਸ਼ ਹੋ ਕੇ ਉਹਨੇ ਸੁਸਾਈਡ ਕਰ ਲਿਆ ਸੀ। ਜਿਹੜਾ ਮੈਂ ਵੀ ਇਹੀ ਕਹਿ ਰਿਹਾ ਵੀ ਜਿਹੜੀ ਸਥਿਤੀ ਬੜੀ ਵਿਸਫੋਟਕ ਹੋ ਰਹੀ ਹੈ, ਉਹ ਐਸੇ ਕੰਮ ਨੂੰ ਹੀ ਕਹਿ ਰਿਹਾ ਵੀ ਜਿਹੜਾ ਰਾਸ਼ਨ ਘਰ ਨਹੀਂ ਪਹੁੰਚਿਆ। ਜੇ 37 ਦਿਨਾਂ ਦੇ ਅੰਦਰ ਅਸੀਂ ਘਰ ਰਾਸ਼ਨ ਨਹੀਂ ਪਹੁੰਚਾ ਸਕੇ, 3.25 ਕਰੋੜ ਦੀ ਆਬਾਦੀ ਦੇ ਵਿੱਚ ਘਰ ਨਹੀਂ ਪਹੁੰਚਾ ਸਕੇ, ਤਾਂ ਫਿਰ ਸਾਨੂੰ ਸਰਕਾਰ ਰਹਿਣ ਦਾ ਵੀ ਹੱਕ ਨਹੀਂ। ਜੇ ਅਸੀਂ ਲੋਕ ਰਵਾਂਗੇ, ਇਹ ਜਿਹੜੇ ਅੱਜ ਕਹਿੰਦੇ ਅਸੀਂ ਆਪਦੇ ਆਪ ਨੂੰ, ਕੋਈ ਕਹਿੰਦਾ ਮੈਂ MC ਹਾਂ ਜਾਂ ਕੋਈ ਕਹਿੰਦਾ ਮੈਂ ਆਇਆ, ਉਹ ਤਾਂ ਹੀ ਰਹਿਣਗੇ ਜੇ ਅਸੀਂ ਲੋਕ ਰਵਾਂਗੇ। ਉਹਨਾਂ ਦੀ ਸਰਕਾਰਾਂ ਤਾਂ ਹੀ ਚੱਲਣਗੀਆਂ ਜੇ ਵੋਟਾਂ ਪਾਉਣ ਵਾਲੇ ਜਿੰਦੇ ਰਹਿਣਗੇ। ਪਰ ਅੱਜ ਵੋਟਾਂ ਪਾਉਣ ਵਾਲੇ ਤਾਂ ਘਰਾਂ ਦੇ ਅੰਦਰ ਡੁੱਬ ਕੇ ਬੈਠੇ ਆ, ਉਹਨਾਂ ਨੂੰ ਨਾ ਕੋਈ ਰਾਸ਼ਨ ਮਿਲ ਰਿਹਾ। ਜੇ ਕੋਈ ਰਾਸ਼ਨ ਮਿਲ ਰਿਹਾ, ਇੱਕ ਘਰ ਨੂੰ ਦਿੰਦੇ ਆ, 5 ਘਰ ਛੱਡ ਦਿੰਦੇ ਆ। ਹਰ ਘਰ ਨੂੰ ਰਾਸ਼ਨ ਦੀ ਲੋੜ ਹੈ, ਚਾਹੇ ਉਹ ਮੱਧ ਵਰਗੀ ਹੈ ਚਾਹੇ ਗਰੀਬ ਹੈ। ਠੀਕ ਹੈ, ਜਿੰਦੇ ਕੋਲ ਬਾਹਲਾ ਪੈਸਾ ਉਹਨੂੰ ਲੋੜ ਨਹੀਂ, ਨਾ ਹੀ ਉਹ ਮੰਗਦਾ। ਪਰ ਜਿਹੜੇ 75-80% ਲੋਕ ਥੱਲੇ ਲੈਵਲ ਤੇ ਬੈਠੇ ਆ, ਮੱਧ ਵਰਗੀ ਲੋਕ ਬੈਠੇ ਆ, ਰੇਹੜੀਆਂ ਵਾਲੇ ਆ, ਗੱਡਿਆਂ ਵਾਲੇ ਆ, ਟੈਂਪੂਆਂ ਵਾਲੇ ਆ, ਟੈਕਸੀਆਂ ਵਾਲੇ ਆ, ਫੋਟੋਗ੍ਰਾਫਰ ਹੈ ਜਾਂ ਕੁਝ ਵੀ ਹੈ, ਇਹ ਵੀ ਲੋਕ ਬੜੇ ਮਜਬੂਰ ਹੈ। ਇਹਨਾਂ ਨੂੰ ਖਾਣ ਨੂੰ ਚਾਹੀਦਾ, ਪਰ ਸਰਕਾਰ ਮੁਹੱਈਆ ਨਹੀਂ ਕਰਾ ਰਹੀ। ਸੈਂਟਰ ਸਰਕਾਰ ਇੱਥੇ ਰਾਸ਼ਨ ਭੇਜਦੀ ਹੈ, ਉਹ ਰਾਸ਼ਨ ਕਿਹਨੂੰ ਦੇ ਰਿਹਾ ਇਹ ਨਹੀਂ ਪਤਾ ਲੱਗਿਆ। ਹੁਣ ਕਹਿੰਦੇ ਘਰ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ, ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਕਦੋਂ। ਹਜੇ ਤੱਕ ਜਿਹੜੀ ਗਲੀ 'ਚ ਮੈਂ ਰਹਿੰਦਾ ਉੱਥੇ ਤਾਂ ਕੋਈ ਨਹੀਂ ਪੁੱਛਣ ਆਇਆ ਵੀ ਉਸ ਗਲੀ 'ਚ ਵੀ ਘਰ ਬੈਠੇ ਆ। ਬਹੁਤ ਥਾਂ 'ਤੇ ਇਹ ਜਿਹੀ ਸਥਿਤੀ ਹੈ। 4.5 ਲੱਖ ਦੀ ਆਬਾਦੀ ਹੈ। ਜੇ 4.5 ਲੱਖ ਦੀ ਬਠਿੰਡੇ ਦੀ ਆਬਾਦੀ ਨੂੰ ਅਸੀਂ 37 ਦਿਨਾਂ ਦੇ ਅੰਦਰ ਰਾਸ਼ਨ ਨਹੀਂ ਦੇ ਸਕੇ ਤਾਂ ਮੈਨੂੰ ਲੱਗਦਾ ਅਸੀਂ ਰਾਸ਼ਨ ਦੇ ਵੀ ਨਹੀਂ ਸਕਦੇ। ਵਿਜੇ ਜੀ, ਬਹੁਤ ਲੋਕ
ਲੋਕ ਆ ਜਿਹੜੇ ਡਬਲ ਵੀ ਲਈ ਜਾਂਦੇ, ਟ੍ਰਿਪਲ ਵਾਰ ਵੀ ਲਈ ਜਾਂਦੇ, ਇਸ ਤਰ੍ਹਾਂ ਦੇ ਲੋਕ ਵੀ ਘਰਾਂ ਦੇ ਵਿੱਚੋਂ ਮਿਲਿਆ ਨਰੇਸ਼ ਜੀ, ਇਹ ਮੈਂ ਸਭ ਤੋਂ ਵੱਡੀ ਗੱਲ ਆ, ਪਹਿਲਾਂ ਤਾਂ ਸਾਨੂੰ ਇੱਕ ਪਲਾਨਿੰਗ ਨਹੀਂ ਬਣਾਉਣੀ ਹੈ। ਜਿਵੇਂ ਅਸੀਂ ਕਰੋਨਾ ਦੀ ਪਲਾਨਿੰਗ ਨਹੀਂ ਨਾ ਬਣਾਈ, ਲੋਕਡਾਊਨ ਦੀ ਪਲਾਨਿੰਗ ਨਹੀਂ ਬਣਾਈ, ਕਰਫਿਊ ਦੀ ਪਲਾਨਿੰਗ ਨਹੀਂ ਬਣਾਈ, ਉਵੇਂ ਅਸੀਂ ਇਹ ਪਲਾਨਿੰਗ ਨਹੀਂ ਬਣਾਈ। ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ, ਇਹ ਸਰਕਾਰਾਂ ਨੂੰ ਚਾਹੀਦਾ ਸੀ, ਹਰ ਗਲੀ ਦੇ ਵਿੱਚੋਂ ਇੱਕ ਦੋ ਦੋ ਬੰਦੇ ਲੈਂਦੇ। ਜਿਵੇਂ ਹੁਣ ਤੁਸੀਂ ਸਾਰਾ ਨਗਰ ਨਿਗਮ ਲਾਈ ਬੈਠੇ ਹੋ, ਸਾਰੇ ਅਧਿਕਾਰੀ ਲਾਈ ਬੈਠੇ ਹੋ, ਉਹਨਾਂ ਨੂੰ ਤੁਸੀਂ ਨਿਊਟਰਲ ਹੋ ਕੇ ਭੇਜਦੇ, ਨਾ ਕਿ ਪਾਰਟੀ ਕਿਸੇ ਤੇ ਛੱਡਦੇ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਕਿਸੇ ਪਾਰਟੀ ਦੀ ਲੜਾਈ ਨਹੀਂ, ਨਾ ਇਹ ਕਾਂਗਰਸ ਦੀ, ਨਾ ਅਕਾਲੀਆਂ ਦੀ, ਨਾ ਬੀਜੇਪੀ, ਨਾ ਬੀਐਸਪੀ ਦੀ, ਨਾ ਆਪ ਦੀ। ਇਹ ਲੜਾਈ ਨਹੀਂ ਹੈ, ਇਹ ਇਸ ਵੇਲੇ ਮਾਨਵਤਾ ਨੂੰ ਬਚਾਉਣ ਦੀ ਲੜਾਈ ਹੈ। ਕੋਈ ਪਾਰਟੀ ਤੋਂ ਉੱਤੇ ਉੱਠ ਕੇ ਕੰਮ ਕਰਨਾ ਚਾਹੀਦਾ ਹੈ। ਜੇ ਤੁਸੀਂ ਕਹੋ ਵੀ ਅੱਜ ਮੈਨੂੰ ਇੱਕ ਘਰ 'ਚ ਮੈਂ ਰਾਸ਼ਨ ਦੇ ਦੂੰ, ਮੇਰੀ ਵੋਟ ਪੱਕੀ ਹੋ ਜੂ, ਭੁੱਲ ਜਾਓ, ਇਹ ਦਿਮਾਗ 'ਚੋਂ ਕੱਢ ਦਿਓ। ਲੋਕ ਤਾਂ ਸਵੇਰੇ ਹੀ ਭੁੱਲ ਜਾਂਦੇ, ਤੁਸੀਂ ਜਿੰਨਾ ਮਰਜ਼ੀ ਦੇ ਲਓ, ਇਹ ਨਹੀਂ ਭੁੱਲਦੇ। ਪਰ ਜਿਹੜਾ ਤੁਸੀਂ ਆ ਨਰੇਸ਼ ਜੀ ਗੱਲ ਕਹੀ ਹੈ, ਬਹੁਤ ਵਧੀਆ ਕਹੀ ਹੈ ਵੀ ਰਾਸ਼ਨ, ਇਹ ਗੱਲ ਤੋਂ ਮੈਂ ਵੀ ਇਸ ਗੱਲ ਤੋਂ ਆਗੂ ਹਾਂ ਕਿ ਇੱਕ ਵੋਟਾਂ ਵਾਂਗੂ ਨਿਸ਼ਾਨ ਲਾ ਦੇਣਾ ਚਾਹੀਦਾ ਸੀ ਉਸ ਪਰਿਵਾਰ ਦੇ ਜਿੰਦੇ ਘਰੇ ਰਾਸ਼ਨ ਦਿੱਤਾ ਸੀ। 15 ਦਿਨਾਂ ਦਾ ਰਾਸ਼ਨ ਦਿੰਦੇ, ਉਹਦੇ ਮੋਹਰ ਲਾ ਦਿੰਦੇ, ਜਿਵੇਂ ਵੋਟ ਦੇ ਪਾਉਂਦੇ ਆ, ਲੈ ਵੀ ਤੈਨੂੰ 15 ਦਿਨਾਂ ਦਾ ਦੇਤਾ। ਜਦੋਂ 15 ਦਿਨਾਂ ਦਾ ਦੁਬਾਰਾ ਦੇਣ ਆਉਂਦੇ ਤਾਂ ਫੇਰ ਮੋਹਰ ਲਾ ਦਿੰਦੇ, ਤਾਂ ਕਿ ਉਹਦੇ ਘਰ 'ਚ ਪਤਾ ਲੱਗਦਾ ਵੀ ਇਹਨੂੰ ਰਾਸ਼ਨ ਮਿਲ ਗਿਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਮੇਰੇ ਤੋਂ ਵੀ ਲੈ ਜਾਣਗੇ, ਤੁਹਾਡੇ ਕੋਲ ਵੀ ਆ ਜਾਣਗੇ, ਫਿਰ ਉਹ ਕਿਸੇ ਹੋਰ ਕੋਲੇ ਚਲੇ ਜਾਂਦੇ ਆ, ਉਹ ਐਂ ਹੀ ਰਾਸ਼ਨ ਇਕੱਠਾ ਕਰੀ ਜਾਂਦੇ ਆ। ਮੈਂ ਕਿਸੇ ਤੇ ਬਲੇਮ ਨਹੀਂ ਲਾਉਂਦਾ। ਜੇ ਅੱਜ ਕਰਿਆਨੇ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਣ, ਮੇਰੇ ਹਿਸਾਬ ਨਾਲ ਜਿਹੜਾ ਗਰੀਬ ਦਬਕਾ ਬਿਲਕੁਲ ਉਹ 4 ਮਹੀਨੇ ਰਾਸ਼ਨ ਲੈਣ ਹੀ ਨਹੀਂ ਆਉਂਦਾ ਸੜਕਾਂ ਤੇ, ਮੇਰੇ ਹਿਸਾਬ ਨਾਲ। ਮੈਂ ਕਿਸੇ ਤੇ ਬਲੇਮ ਨਹੀਂ ਲਾ ਰਿਹਾ, ਮੈਂ ਨਹੀਂ ਕਹਿੰਦਾ ਵੀ ਇੱਕ ਘਰ 'ਚ ਪਹੁੰਚ ਗਿਆ, ਪਰ ਕੁਛ ਘਰ ਇਹੋ ਜਿਹੇ ਆ ਜਿਨ੍ਹਾਂ ਦੇ ਘਰੇ ਸਭ ਕੁਝ ਰਾਸ਼ਨ ਵੀ ਪਿਆ, 2-2 4-4 ਥਾਵਾਂ ਤੋਂ ਲੈ ਲਿਆ। ਉਹ ਰਾਸ਼ਨ ਹੋ ਸਕਦਾ ਤਾਂ ਹੀ ਨਾ ਪੂਰਾ ਹੋ ਰਿਹਾ ਹੋਵੇ, ਹੋ ਸਕਦਾ ਇਸੇ ਗੱਲ ਤੋਂ ਨਾ ਪੂਰਾ ਹੋ ਰਿਹਾ ਹੋਵੇ। ਸਾਰਿਆਂ ਨੇ ਦੇਖੋ 50, ਜੇ ਨਰੇਸ਼ ਜੀ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ, ਜੇ ਘਰ ਘਰ ਰਾਸ਼ਨ ਪਹੁੰਚਿਆ ਹੁੰਦਾ, ਜੇ ਅੱਜ NOGਆਂ ਜਿੰਨੀਆਂ ਵੀ ਆ, ਮੈਂ ਅਖਬਾਰਾਂ 'ਚ ਵੀ ਦੇਖਦਾ, ਤੁਹਾਡੇ ਚੈਨਲ 'ਤੇ ਵੀ ਦੇਖਦਾ ਕਿ ਉਹਦੇ ਵਿੱਚ ਉਹ ਕਹਿੰਦੇ ਵੀ 50,000 ਬੰਦੇ ਨੂੰ ਅਸੀਂ ਭੋਜਨ ਕਰਾ ਰਹੇ ਹਾਂ। ਜੇ ਘਰਾਂ ਦੇ ਅੰਦਰ ਰਾਸ਼ਨ ਪਹੁੰਚ ਗਿਆ, ਫਿਰ 50,000 ਬੰਦਿਆਂ ਨੂੰ ਭੋਜਨ ਕਰਾਉਣ ਦੀ ਕੀ ਲੋੜ ਪੈ ਰਹੀ ਹੈ? ਬਿਲਕੁਲ, ਫਿਰ ਤਾਂ ਲੋੜ ਨਹੀਂ। ਇਹਦਾ ਮਤਲਬ ਤੁਸੀਂ ਘਰੇ ਰਾਸ਼ਨ ਵੀ ਦੇਤਾ, ਪੱਕਿਆ ਪਕਾਇਆ ਵੀ ਦੇ ਰਹੇ ਹੋ। ਜੇ ਪ੍ਰਵਾਸੀ ਮਜ਼ਦੂਰ ਕੋਈ ਫਸਿਆ ਪਿਆ ਹੈ, ਉਹਨੂੰ ਤੁਸੀਂ ਉਹਦੇ ਘਰ ਦੇ ਪਹੁੰਚਣ ਦਾ ਇੰਤਜ਼ਾਮ ਕਰੋ, ਉੱਥੇ ਪਹੁੰਚੇ। ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ, ਉਹਨਾਂ ਦਾ ਘਰ ਤਾਂ ਭਰੋ ਨਾ ਪਹਿਲਾਂ, ਉਹਨਾਂ ਰੋਟੀ ਤੋਂ। ਇੱਕ ਵੱਡੀ ਗੱਲ ਹੋਰ ਆ ਗਈ ਇੱਥੇ, ਜਿਹੜੇ ਬੰਦੇ ਦਿਹਾੜੀਆਂ ਕਰਨ ਵਾਲੇ ਸੀ, ਮਜ਼ਦੂਰੀ ਕਰਨ ਵਾਲੇ, ਕਿਉਂਕਿ ਹੈਂਡ ਟੂ ਮਾਊਥ ਹੋ ਗਏ, ਜਿਹੜੇ ਸਵੇਰੇ ਕਮਾਉਂਦੇ ਸ਼ਾਮ ਨੂੰ ਖਾਂਦੇ ਸੀ, ਲੇਬਰ ਨਹੀਂ ਮਿਲ ਰਹੀ ਜ਼ਿਮੀਂਦਾਰਾਂ ਨੂੰ। ਕਣਕ ਦੀ ਕਟਾਈ ਹੈ ਜ਼ਿਮੀਂਦਾਰਾਂ ਨੂੰ, ਕਿਉਂਕਿ ਹੁਣ ਜਿਹੜੇ ਬੰਦਿਆਂ ਨੂੰ ਲੇਬਰ ਅਸੀਂ ਮਿਲ ਨਹੀਂ ਰਹੀ, ਲੇਬਰ ਆ ਕੀ ਹੈ, ਸਵੇਰੇ ਬਣੀ ਬਣਾਈ ਮਿਲ ਜਾਂਦੀ ਹੈ, ਸ਼ਾਮ ਨੂੰ ਮਿਲ ਜਾਂਦੀ ਹੈ, ਰਾਸ਼ਨ ਮਿਲ ਜਾਂਦਾ, ਉਹ ਜਾਂਦਾ ਹੀ ਨਹੀਂ, ਦਿਹਾੜੀ ਤੇ ਹੀ ਨਹੀਂ ਜਾ ਰਿਹਾ ਇਸ ਟਾਈਮ। ਦਿਹਾੜੀ ਤੇ ਤਾਂ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਰਾਸ਼ਨ ਵੀ ਮਿਲ ਗਿਆ ਤੇ ਬਣੀ ਬਣਾਈ ਰੋਟੀ ਵੀ ਮਿਲ ਗਈ, ਉਹਨੂੰ ਡਿਊਟੀ ਤੇ ਜਾਣ ਦੀ ਲੋੜ ਹੀ ਨਹੀਂ। ਅੱਧੇ ਤੋਂ ਜ਼ਿਆਦਾ ਜਿਹੜੇ ਪ੍ਰਵਾਸੀ ਮਜ਼ਦੂਰ, ਉਹਨਾਂ ਦੇ ਪਰਿਵਾਰ ਹੀ ਨਹੀਂ ਇੱਥੇ ਰਹਿੰਦੇ, ਉਹ ਕਹਿ ਰਹੇ 2-2 4-4 ਰਹਿੰਦੇ ਆ। ਹੁਣ ਹਾੜੀ ਦੀ ਫਸਲ ਆਈ ਸੀ, ਉਹਦੇ ਲਈ ਜਾਂ ਤਾਂ ਪਹਿਲਾਂ ਹੀ ਅਰੇਂਜਮੈਂਟ ਕਰਕੇ ਰੱਖਦੇ ਵੀ ਮਜ਼ਦੂਰਾਂ ਨੂੰ ਉਹਨਾਂ ਦੇ ਕੋਲੇ ਕਿਸਾਨਾਂ ਵੀਰਾਂ ਲਈ ਭੇਜਦੇ, ਤਾਂ ਕਿ ਉਹ ਆਪਦੀ ਜਿਹੜੀ ਵਾਢੀ ਆ ਕਰ ਸਕਦੇ। ਹੁਣ ਉੱਧਰੋਂ ਪਰਮਾਤਮਾ ਦਾ ਕਹਿਰ ਹੈ, ਕਿਤੇ ਗੜੇ ਪੈ ਰਿਹਾ, ਕਿਤੇ ਮੀਂਹ ਪੈ ਰਿਹਾ, ਕਿਉਂਕਿ ਇਹ ਪਰਮਾਤਮਾ ਦੀ ਕਰੋਪੀ ਸਮਝ ਲਓ। ਇਸ ਵੇਲੇ ਜੇ ਕੋਈ ਬਚਾ ਸਕਦਾ ਨਾ, ਉਹ ਪਰਮਾਤਮਾ ਹੀ ਬਚਾ ਸਕਦਾ, ਉਹ ਰੱਬ ਹੀ ਬਚਾ ਸਕਦਾ। ਇੱਕ ਪਰਮਾਤਮਾ ਦੀ ਗੱਲ ਆ ਗਈ। ਕੁਦਰਤ ਦਾ ਜਿਹੜਾ ਤੁਸੀਂ ਦੇਖਿਆ, ਕੁਦਰਤ ਨਾਲ ਛੇੜਛਾੜ ਕੀਤੀ ਹੈ, ਇਨਸਾਨ ਨੇ ਕੀਤੀ ਹੈ। ਚੰਦਰਮੇ ਤੇ ਪਹੁੰਚ ਗਿਆ, ਉੱਥੇ ਜਾ ਕੇ ਘਰ ਬਣਾਉਣ ਦੀ ਗੱਲ ਕੀਤੀ। ਕਈ ਬੰਦੇ ਤਾਂ ਨਾ ਪੰਜਾਬੀ ਕਹਿੰਦੇ ਯਾਰ ਉੱਥੇ ਖਾਰਾ ਮਿਲੂਗਾ ਕਿ ਭੁਜੀਆ ਮਿਲੂਗਾ, ਖਾਰਾ ਸੋਡਾ ਤਾਂ ਲੈ ਕੇ ਜਾਈਏ। ਸਾਰੀਆਂ ਜਿਹੜੀਆਂ ਸਾਇੰਸ ਹੀ ਫੇਲ ਹੋ ਚੁੱਕੀ ਆ। ਜਿਹੜਾ ਅਮਰੀਕਾ ਕਹਿੰਦਾ ਸੀ ਮੈਂ ਚਾਂਦ ਤੇ ਆਲੂ ਬੀਜ ਦੂੰਗਾ, ਇੰਡੀਆ ਕਹਿੰਦਾ ਮੈਂ ਕਰ ਦੂੰ 21 ਸਦੀ ਵਿੱਚ ਚਲੇ ਜਾਏਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਚਾਈਨਾ ਕਹਿੰਦਾ ਆਹ ਕਰ ਦਾਂਗੇ। ਜਿਹੜੀ ਬਿਮਾਰੀ ਉਹ ਤੁਸੀਂ ਦੱਸੀ ਜਾਂਦੇ ਹੋ, ਵਾਇਰਸ ਦੱਸੀ ਜਾਂਦੇ ਹੋ, ਜਦੋਂ ਤੁਸੀਂ ਇਹਦਾ ਇਲਾਜ ਹੀ ਨਹੀਂ ਲੱਭ ਸਕੇ, ਫਿਰ ਤੁਸੀਂ ਕਿੱਥੇ ਪਹੁੰਚੇ? ਮੈਨੂੰ ਤਾਂ ਸਮਝ ਨਹੀਂ ਆਈ। ਇਹ ਸਾਰਾ ਕੁਦਰਤ ਨੂੰ ਛੇੜਨ ਦੇ ਨਤੀਜੇ ਆ। ਜਿਹੜੇ ਰੱਬ ਨੂੰ ਛੇੜਦਾ, ਪਰਮਾਤਮਾ ਨੂੰ ਛੇੜਦਾ, ਉਹਦੇ ਨਤੀਜੇ ਭੁਗਤਣੇ ਪੈਂਦੇ ਆ। ਅੱਜ ਅਸੀਂ ਕਹਿੰਦੇ ਆ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਫਿਰ ਹੁਣ ਤੁਹਾਡੀਆਂ ਸਾਇੰਸ ਕਿੱਧਰ ਗਈ? ਤੁਸੀਂ ਕਿਉਂ ਨਹੀਂ ਇਸ ਗੱਲ ਦੀ ਤੱਕੀ? ਮੈਂ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਪੰਜਾਬ ਸਰਕਾਰ, ਸੈਂਟਰ ਸਰਕਾਰ ਅੱਗੇ ਇਹ ਹੈ ਕਿ ਦੇਸ਼ ਦੀ ਸਰਕਾਰਾਂ ਅੱਗੇ ਵੀ ਇਹ ਹੈ ਕਿ ਤੁਸੀਂ ਘੱਟੋ ਘੱਟ 37 ਦਿਨਾਂ 'ਚ ਇਹਦਾ ਤੋੜ ਹੀ ਨਹੀਂ ਲੱਭ ਸਕੇ, ਇਹਦਾ ਇਲਾਜ ਹੀ ਨਹੀਂ ਲੱਭ ਸਕੇ। ਅੱਜ ਤੁਸੀਂ ਟੈਸਟ ਕਰ ਰਹੇ ਹੋ, ਹਿੰਦੁਸਤਾਨ ਦੇ ਅੰਦਰ 5 ਲੱਖ ਟੈਸਟ ਕਹਿੰਦੇ ਹੋ ਰਹੇ ਆ ਅੱਜ ਦੀ ਡੇਟ, ਜੋ ਆંકੜੇ ਦੱਸਦੇ ਆ ਮੈਨੂੰ ਨਹੀਂ ਪਤਾ। ਜੇ 5 ਲੱਖ ਹੋ ਰਿਹਾ, ਇਹਦਾ ਮਤਲਬ ਸਾਨੂੰ 3 ਮਹੀਨੇ ਚਾਹੀਦੇ ਆ ਟੈਸਟ ਲਈ। ਤੇ ਕਦੋਂ ਟੈਸਟ ਹੋਣਗੇ? ਕਦੋਂ ਅਸੀਂ ਇਸ ਗੱਲ ਤੋਂ ਬਾਹਰ ਆਵਾਂਗੇ? ਕਦੋਂ ਲੋਕ ਸੜਕਾਂ ਤੇ ਆਣਗੇ? ਕਦੋਂ ਰੋਟੀ ਖਾਣਗੇ? ਕਦੋਂ ਰੇੜੀਆਂ ਵਾਲੇ ਵਿਚਾਰੇ ਢਿੱਡ ਭਰਨਗੇ? ਵਿਆਹ ਸਭ ਦੇ ਕੈਂਸਲ ਹੋ ਗਏ, ਸਭ ਕੁਝ ਬੰਦ ਹੋ ਗਿਆ, ਇੱਥੋਂ ਤੱਕ ਕਿ ਪੰਡਤ ਭੁੱਖੇ ਮਰਨ ਲੱਗ ਗਏ। ਹੁਣ ਤਾਂ ਰਾਮਬਾਗ 'ਚ ਵੀ ਕਹਿੰਦੇ ਸਥਿਤੀ ਇਹੀ ਬਣ ਗਈ ਕਿ ਰਾਮਬਾਗ ਦੇ ਵਿੱਚ ਵੀ ਡੈੱਡ ਬੋਡੀਆਂ ਘੱਟ ਆ ਰਹੀਆਂ। ਇਹ ਸਥਿਤੀ ਬਣੀ ਪਈ ਹੈ। ਐਵਰੇਜ ਘਟ ਗਈ, ਜਿਹੜੀ ਮਹੀਨੇ ਦੀ 150 ਦੀ 200 ਦੀ ਐਵਰੇਜ ਸੀ, ਅੱਜ 50 ਦੀ ਐਵਰੇਜ। ਦੇਖੋ ਜੀ, ਬਠਿੰਡੇ ਦੇ ਅੰਦਰ ਜਿੱਥੇ ਆਪਾਂ ਖੜੇ ਨਾ, ਰਾਮਬਾਗ 5 ਆ ਇੱਥੇ। ਜੇ ਆਪਾਂ ਐਵਰੇਜ ਉਹਨਾਂ ਦੀ ਗਿਣਾਂਗੇ ਨਾ, ਠੀਕ ਹੈ ਵੀ ਪਹਿਲਾਂ ਹਸਪਤਾਲ ਭਰੇ ਹੁੰਦੇ ਸੀ। ਮੈਂ ਤਾਂ ਹੁਣ ਡਾਕਟਰਾਂ ਦੇ ਵੀ ਇੱਕ ਕਿੰਤੂ ਕਰਨਾ ਚਾਹੁੰਦਾ ਵੀ ਡਾਕਟਰ ਸਾਹਿਬ ਹੁਣ ਆਪਣੀ ਸੇਵਾ ਕਿੱਧਰ ਗਈ? ਹੁਣ ਆਪਾਂ ਹਸਪੀਟਲ ਬੰਦ ਕਰਕੇ ਕਿਉਂ ਬੈਠ ਗਏ? ਹੁਣ ਕੀ ਇਹੋ ਜਿਹੀ ਸਮੱਸਿਆ ਆ ਗਈ ਕਿ ਅਸੀਂ ਹਸਪੀਟਲ ਬੰਦ ਕਰ ਲਏ? ਹੁਣ ਕੀ ਗੱਲ, ਮਰੀਜ਼ ਖਤਮ ਹੋ ਗਏ ਜਾਂ ਫਿਰ ਮਰੀਜ਼ ਤੁਸੀਂ ਬਣਾਉਂਦੇ ਸੀਗੇ?
ਮੇਰਾ ਕੁਐਸਚਨ ਹੈ ਡਾਕਟਰਾਂ ਦੇ ਅੱਗੇ ਵੀ ਤੁਸੀਂ ਆਪਦੇ ਕਲੀਨਿਕ ਕਿਉਂ ਨਹੀਂ ਖੋਲ੍ਹੇ? ਤੁਸੀਂ ਜੇ ਮਾਨਵਤਾ ਦੀ ਗੱਲ ਆਈ ਸੀ, ਤੁਸੀਂ ਮਾਨਵਤਾ ਦੀ ਸੇਵਾ, ਜੇ ਪ੍ਰਮਾਤਮਾ ਤੋਂ ਬਾਅਦ ਕਿਸੇ ਨੂੰ ਰੱਬ ਮੰਨਿਆ ਜਾਂਦਾ ਤਾਂ ਉਹ ਡਾਕਟਰ ਨੂੰ ਮੰਨਿਆ ਜਾਂਦਾ ਹੈ। ਜੇ ਤੁਸੀਂ ਅੱਜ ਰੱਬ ਦਾ ਰੂਪ ਬਣ ਕੇ ਕਲੀਨਿਕ ਖੋਲ੍ਹਦੇ, ਗਰੀਬਾਂ ਨੂੰ ਦਵਾਈਆਂ ਫ੍ਰੀ ਦਿੰਦੇ, ਫਿਰ ਮੰਨਦੇ ਵੀ ਵਾਕਈ ਤੁਹਾਡੇ ਕਿੱਤੇ ਕੰਮ ਕਰੇਦਾ, ਡਾਕਟਰੀ ਕਰੇਦਾ, ਤੁਸੀਂ ਬਠਿੰਡੇ ਦੇ ਲਈ ਨਹੀਂ ਹਿੰਦੁਸਤਾਨ ਦੇ ਲਈ ਰੱਬ ਹੋ। ਪਰ ਉਹ ਵੀ ਤਾਂ ਦੇਖੋ ਡਾਕਟਰ ਜਿਹੜੇ ਵਿਚਾਰੇ ਦਿਨ ਰਾਤ ਆਪਣੇ ਮੂੰਹ ਤੇ ਮਾਸਕ ਬੰਨ੍ਹ ਕੇ ਕਿੱਟਾਂ ਪਾ ਕੇ ਆਪਦੇ ਬੱਚਿਆਂ ਤੋਂ ਦੂਰ ਆ, ਪੁਲਿਸ ਵਾਲੇ ਆਪਣੇ ਬੱਚਿਆਂ ਤੋਂ ਦੂਰ, ਘਰੇ ਨਹੀਂ ਵੜਦੇ, ਨਹਾਉਣ ਤੋਂ ਬਗੈਰ ਦੂਰ ਬਹਿ ਕੇ 2-2 ਕਿਲੋਮੀਟਰ 2-2 4-4 ਮੀਟਰ ਤੇ ਬਹਿ ਕੇ ਦੂਰੋਂ ਆਪਣੇ ਪਰਿਵਾਰ ਨੂੰ ਦੇਖਣ ਲਈ ਜਾਂਦੇ ਆ। ਉਹਨਾਂ ਬਾਰੇ ਵੀ ਅਸੀਂ ਕਿਸੇ ਨੇ ਨਹੀਂ ਸੋਚਿਆ। ਅੱਜ ਜੇ ਮਜਬੂਰੀ ਬਣੀ ਪਈ ਹੈ ਨਾ, ਉਹ ਸਭ ਤੋਂ ਜ਼ਿਆਦਾ ਲੋ ਬੰਦਿਆਂ ਦੀ, ਮੱਧ ਵਰਗੀ ਜਿਹੜੇ ਵਿਚਾਲੇ 80% ਲੋਕ ਹੈ ਉਹ ਪਿਸ ਰਹੇ ਹੈ, ਉਹ ਬਿਲਕੁਲ ਚੱਕੀ ਵਾਂਗੂ ਪਿਸ ਰਹੇ। ਉਹਨਾਂ ਦੀ ਸਥਿਤੀ ਬੜੀ ਗੰਭੀਰ ਬਣੀ ਪਈ ਹੈ ਨਰੇਸ਼ ਜੀ। ਦੇਖੋ ਪਿੱਛੇ ਜੇ ਮੈਂ ਤਾਂ ਕਹਿ ਰਿਹਾ, ਫਿਰੋਜ਼ਪੁਰ ਇੱਕ ਦੁਕਾਨ ਜੀ ਖੋਲ੍ਹੀ ਸੀ, ਉਹਦੇ ਤੇ ਡਾਂਗਾ ਡੂੰਗਾ ਲਾਠੀਆਂ ਮਾਰੀਆਂ, ਉਹ ਇਸ ਕਰਕੇ ਮਾਰੀਆਂ। ਉਹਨੂੰ ਜਨਾਨੀਆਂ ਨੂੰ ਪੁੱਛਿਆ ਵੀ ਕਿਉਂ ਖੋਲ੍ਹੀ, ਉਹ ਕਹਿੰਦੇ ਵੀ ਸਾਡੇ ਘਰੇ ਕੁਝ ਦਾਣਾ ਨਹੀਂ ਸੀ। ਦੇਖੋ ਇੱਕ ਮਾਂ ਪਿਓ ਘਰੋਂ ਨਿਕਲਦਾ, ਮੈਂ ਇਹ ਕਹਿਣਾ ਚਾਹੁੰਦਾ ਵੀ ਜਾਂ ਤਾਂ ਅਸੀਂ ਜੇ ਲੋਕਡਾਊਨ ਨੂੰ ਅਸੀਂ ਪ੍ਰੋਪਰ 37 ਦਿਨ ਘਰ ਦੇ ਅੰਦਰ ਬੈਠੇ ਰਹਿੰਦੇ ਆ, ਗਲੀਆਂ 'ਚ ਮਹਿਰ ਮਜਮਾ ਨਾ ਲਾਉਂਦੇ, ਨਾ ਘੁੰਮਦੇ ਫਿਰਦੇ, ਤਾਂ ਅੱਜ ਹੋ ਸਕਦਾ ਆਪਾਂ ਬਿਲਕੁਲ ਹੀ ਇਸ ਬਿਮਾਰੀ ਤੋਂ ਰਹਿਤ ਹੁੰਦੇ। ਇਹ ਕਮੀ ਸਾਡੇ 'ਚ ਕਿਤੇ ਨਾ ਕਿਤੇ ਰਹਿ ਗਈ। ਸਰਕਾਰਾਂ ਨੇ, ਦੇਖੋ ਸਰਕਾਰ ਕਹਿੰਦੀ ਹੈ ਟੈਕਸ ਸਾਨੂੰ ਦਿਓ, ਸਾਰਾ ਕੁਝ ਸਾਨੂੰ ਦਿਓ, ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਸਾਨੂੰ ਕੀ ਦਿੱਤਾ ਸਰਕਾਰ ਨੇ? ਸਾਨੂੰ ਸਰਕਾਰਾਂ ਨੇ ਕੀ ਦਿੱਤਾ? ਰੋਟੀ ਤੁਸੀਂ ਖਵਾਓ, ਗੁਆਂਢੀਆਂ ਨੂੰ ਤੁਸੀਂ ਦੇਖੋ, ਦਵਾਈਆਂ ਤੁਸੀਂ ਦਵਾਓ, ਆਹ ਤੁਸੀਂ ਕਰੋ, ਉਹ ਤੁਸੀਂ ਕਰੋ। ਸਰਕਾਰ ਨੇ ਕੀ ਦਿੱਤਾ? ਸਰਕਾਰ ਦਾ ਫਰਜ਼ ਬਣਦਾ ਸੀ, ਚਾਹੇ ਉਹ ਸੈਂਟਰ ਦੀ ਸੀ, ਚਾਹੇ ਪੰਜਾਬ ਸਰਕਾਰ ਦੀ ਸੀ, ਹਰ ਪਰਿਵਾਰ ਦੇ ਖਾਤੇ ਦੇ ਅੰਦਰ 5-5 7-7 10,000 ਰੁਪਈਆ ਪਾ ਦਿੰਦੇ, ਫਿਰ ਅਸੀਂ ਮੰਨਦੇ ਵੀ ਤੁਹਾਨੂੰ ਲੋਕਾਂ ਦੇ ਪ੍ਰਤੀ ਹਮਦਰਦੀ ਹੈ। ਜੇ ਅੱਜ ਵੀ ਤੁਸੀਂ ਲੋਕਡਾਊਨ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਇੱਕ ਘਰ ਦੇ ਵਿੱਚ ਕਿ 20,000 ਰੁਪਈਆ ਉਹਨਾਂ ਦੇ ਅਕਾਊਂਟਾਂ 'ਚ ਪਵਾ ਦਿਓ। A ਤੋਂ ਲੈ ਕੇ Z ਤੱਕ ਜਿਹੜੇ ਵੀ ਪਰਿਵਾਰ ਹੈਗੇ, ਇੱਕ ਵਾਢਿਓ ਲੱਗ ਜਾਓ, ਉਹਨਾਂ ਦੇ ਵਿੱਚ ਪਾ ਦਿਓ, ਫਿਰ ਅਸੀਂ ਮੰਨਾਂਗੇ। ਚਾਹੇ 3 ਮਹੀਨੇ ਤੁਸੀਂ ਲੋਕਡਾਊਨ ਕੱਢ ਲਓ, ਫਿਰ ਪਤਾ ਲੱਗੂਗਾ ਵੀ ਹਾਂ ਭਾਈ ਸਾਡੇ ਨਾਲ ਹਮਦਰਦੀ ਹੈ, ਤੇ ਫਿਰ ਲੋਕ ਘਰਾਂ 'ਚ ਵੀ ਟਿਕ ਜਾਣਗੇ। ਅੱਜ ਮਜਬੂਰੀ ਦੇ ਕਰਕੇ ਲੋਕ ਸੜਕਾਂ ਤੇ ਆ ਰਹੇ ਆ, ਪੇਟ ਦੇ ਅੰਦਰ ਅੰਨ ਨਹੀਂ ਹੈ, ਬੱਚੇ ਬਾਰ-ਬਾਰ ਚੁੰਡੀਆਂ ਵੱਢਦੇ, ਟੋਫੀ ਲਿਆ ਦੇ ਪਾਪਾ, ਉਹ ਲਿਆ ਦਿਓ, 2 ਰੁਪਈਏ ਨਹੀਂ ਜੇਬ ਦੇ ਵਿੱਚ ਕਿਸੇ ਦੇ, ਕਿਉਂਕਿ ਸਭ ਦੀ ਅੱਜ ਕੱਲ੍ਹ ਆਵਾ ਚਲਾਵੀ ਸੀ। ਇਸ ਕਰਕੇ ਜਿਹੜੀ ਸਥਿਤੀ ਹੈ, ਮੈਂ ਫਿਰ ਬਾਰ-ਬਾਰ ਕਹਿ ਰਿਹਾ, ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ, ਮੈਂ ਕਿਸੇ ਨੂੰ ਭੜਕਾ ਨਹੀਂ ਰਿਹਾ, ਮੇਰਾ ਇੱਕ ਮੈਸੇਜ ਦੇ ਰਿਹਾ ਵੀ ਅਸੀਂ ਸ਼ਾਂਤੀ ਨਾਲ, ਜਿਹੜਾ ਸਰਕਾਰ ਨੇ ਸਾਨੂੰ ਕੋਈ ਮੈਸੇਜ ਦਿੱਤਾ ਉਹਦੇ ਤੇ ਅਸੀਂ ਉਸ ਨੂੰ ਲਾਗੂ ਕਰੀਏ। ਪ੍ਰਸ਼ਾਸਨ ਜਿਵੇਂ ਸਾਨੂੰ ਕਹਿੰਦਾ ਅਸੀਂ ਉਹਨੂੰ ਸਮਝੀਏ, ਪ੍ਰਸ਼ਾਸਨ ਦੇ ਮੁਤਾਬਕ ਚੱਲੀਏ, ਤਾਂ ਹੀ ਅਸੀਂ ਬਚ ਸਕਦੇ ਹਾਂ। ਮੇਰੇ ਸੋਚ ਤਾਂ ਇੱਥੋਂ ਤੱਕ ਹੀ ਹੈ, ਬਾਕੀ ਤੁਸੀਂ ਦੇਖੋ। ਇੱਕ ਵਿਜੇ ਜੀ, ਜਿਹੜਾ ਇਸ ਟਾਈਮ ਜਿਹੜਾ ਕੁਦਰਤ ਦਾ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ, ਸਾਦੇ ਵਿਆਹ ਸ਼ੁਰੂ ਹੋ ਗਏ, 4 ਤੋਂ ਵੱਧ ਹੁਣ ਪਰਿਵਾਰ ਦੇ ਮੈਂਬਰ ਕਹਿੰਦੇ ਲੋਕਡਾਊਨ ਤੋਂ ਬਾਅਦ ਵੀ ਇਹ ਜਾਰੀ ਰਹਿ ਗਿਆ। ਤੁਸੀਂ ਦੇਖੋ ਜਿਹੜੀਆਂ 40 ਸਾਲ ਪਹਿਲਾਂ ਜਿਹੜੇ ਰਿਵਾਜ ਸੀ ਉਹ ਵਾਪਸ ਆ ਰਹੇ ਆ। ਕੁਦਰਤ ਦਾ, ਜੇ ਕੁਦਰਤ ਨਾਲ ਛੇੜਖਾਨੀ ਕੀਤੀ ਸੀ ਤਾਂ ਉਹ ਭੁਗਤ ਵੀ ਰਹੇ ਆ। 40 ਸਾਲ ਨਰੇਸ਼ ਜੀ 40 ਸਾਲ ਪਹਿਲਾਂ ਤਾਂ ਐ ਹੁੰਦਾ ਸੀਗਾ, ਊਠਾਂ ਤੇ ਘੋੜੀਆਂ ਤੇ ਉਹ ਜਾਂਦੀਆਂ ਸੀਗੀਆਂ ਬਰਾਤਾਂ, ਤੇ ਉੱਥੇ 4-5 ਹਫ਼ਤਾ ਰਹਿੰਦੀਆਂ ਸੀ, ਲੋਕਾਂ 'ਚ ਪਿਆਰ ਬੜਾ ਸੀ। ਹੁਣ ਤਾਂ ਜੇ ਥੱਲੇ ਵਿਆਹ ਹੋਵੇ, ਗੁਆਂਢੀਆਂ ਨੂੰ ਨਹੀਂ ਪਤਾ ਲੱਗਦਾ ਵੀ ਵਿਆਹ ਹੋ ਰਿਹਾ। ਪਰ ਆ ਜਿਹੜੇ ਮੈਂ ਬਾਰ-ਬਾਰ ਕਹਿ ਰਿਹਾ ਵੀ ਜਿਹੜਾ ਦੁੱਖ ਹੈ ਨਾ, ਤਕਲੀਫ ਹੈ, ਜਿਹੜਾ ਅੰਦਰ ਇੱਕ ਜਜ਼ਬਾ ਹੈ, ਉਹ ਇਹ ਕਹਿ ਰਿਹਾ ਹੈ ਵੀ ਲੋਕ ਇਸ ਵੇਲੇ ਦੇਖੋ, ਜਦੋਂ ਪੰਡਤ ਹੈ ਫੇਰੇ ਫੂਰੇ ਕਰਾਉਂਦੇ, ਲੱਖਾਂ ਦੀ ਤਾਦਾਦ 'ਚ ਵਿਆਹ ਹੁੰਦੇ ਸੀ, ਪੈਲਸ ਵਾਲੇ, ਹਲਵਾਈ, ਫੋਟੋਗ੍ਰਾਫਰ ਸਭ ਭੁੱਖੇ ਮਰਨ ਦੀ ਨੌਬਤ 'ਚ ਆ ਗਈ ਹੈ। ਜਿੰਨੀ ਦੇਰ ਸਰਕਾਰ ਕੋਲ ਕੋਈ ਪਲਾਨਿੰਗ ਨਹੀਂ ਸਾਨੂੰ ਬਚਾਉਣ ਦੇ ਲਈ, ਜਿੰਨੀ ਦੇਰ ਸਾਡੇ ਕੋਲ ਸਰਕਾਰ ਕੋਲ ਨਹੀਂ ਸਾਨੂੰ ਰਾਸ਼ਨ ਦੇਣ ਲਈ, ਉਨੀ ਦੇਰ ਇਹ ਸਭ ਬੇਅਰਥ ਹੈ। ਜੋ ਮਰਜ਼ੀ ਕਰੀ ਜਾਓ, ਚਾਹੇ ਲੋਕਡਾਊਨ ਕਰੋ, ਚਾਹੇ ਤੁਸੀਂ ਕਰਫਿਊ ਲਾਓ। ਪਰ ਮੈਂ ਕਹਿਣਾ ਚਾਹੁੰਦਾ ਕਿ ਜੇ ਬਠਿੰਡਾ ਗ੍ਰੀਨ ਜੋੜ ਹੈਗਾ, ਜੇ ਉਹਨਾਂ ਨੇ ਕਿਹਾ ਕੋਈ ਦੁਕਾਨਾਂ ਖੋਲ੍ਹੋ, ਤਾਂ ਬਠਿੰਡੇ ਨੂੰ ਸੀਲ ਕਰਕੇ ਬਠਿੰਡੇ ਨੂੰ ਖੋਲ੍ਹਣਾ ਚਾਹੀਦਾ। ਮੈਂ ਕਹਿਣਾ, ਮੇਰਾ ਮਤ ਹੈ, ਮੈਂ ਨਹੀਂ ਕਹਦਾ ਕਿਉਂਕਿ ਮੈਂ ਕਾਨੂੰਨ ਦਾ ਕੋਈ ਗਿਆਤਾ ਨਹੀਂ, ਮੈਂ ਕੋਈ ਡਾਕਟਰ ਹੀ ਨਹੀਂ ਜਾਣਦਾ, ਪਰ ਮੇਰੀ ਸੋਚ ਹੈ ਵੀ ਹੌਲੀ-ਹੌਲੀ ਛੋਟੀਆਂ-ਮੋਟੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਜਿਹੜੇ ਉਹਦੇ ਅੰਦਰ ਕੋਈ ਬਲਬਲਾ ਜਿਹਾ ਉੱਠ ਰਿਹਾ ਉਹ ਸ਼ਾਂਤ ਹੋਵੇ। ਕਈ ਤੁਹਾਡੀਆਂ ਗੱਲ ਕੱਢਦਾ, ਰਾਤ ਨੂੰ 2:30 ਵਜੇ ਦੁਕਾਨਾਂ ਬਾਜ਼ਾਰ 'ਚ ਖੁੱਲ੍ਹਦੀਆਂ, ਸਿਰਕੀ ਬਾਜ਼ਾਰ 'ਚ ਵੱਡੇ ਦੁਕਾਨਦਾਰ, ਕੁਝ ਦੁਕਾਨਦਾਰ ਜਿਨ੍ਹਾਂ ਤੇ ਕਾਰਵਾਈ ਵੀ ਨਹੀਂ ਕੀਤੀ ਜਾਂਦੀ। ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ, ਮੈਂ ਤਾਂ ਪਹਿਲਾਂ ਕਹਿ ਰਿਹਾ ਵੀ ਸਰਕਾਰਾਂ ਸੁੱਤੀਆਂ ਪਈਆਂ, ਸਰਕਾਰਾਂ ਨੂੰ ਬਿਲਕੁਲ ਨਹੀਂ ਕੁਝ ਕਰ ਰਹੀਆਂ, ਧਿਤਰਾਸ਼ਟਰ ਬਣੀਆਂ ਪਈਆਂ ਸਰਕਾਰਾਂ। ਧਿਤਰਾਸ਼ਟਰ ਦਾ ਮਤਲਬ ਹੁੰਦਾ, ਕਿਉਂਕਿ ਮਹਾਭਾਰਤ ਧਿਤਰਾਸ਼ਟਰ ਕਰਕੇ ਹੀ ਹੋਇਆ ਸੀ। ਅੱਜ ਜਿਹੜੀਆਂ ਦੁਕਾਨਾਂ ਖੁੱਲ੍ਹ ਰਹੀਆਂ, ਸਾਨੂੰ ਜਿਹੜੀ ਮਾਰ ਪੈ ਰਹੀ ਉਹ ਸਭ ਤੋਂ ਜ਼ਿਆਦਾ ਜਿਹੜੀ ਲੋਕਡਾਊਨ ਦੀ ਕਰਫਿਊ ਦੀ ਪਈ, ਉਹ ਤਾਂ ਪਈ ਜਿਹੜੀ ਸਭ ਤੋਂ ਵੱਡੀ ਜਿਹੜੀ ਸਾਨੂੰ ਮਾਰ ਪਈ, ਜਿਹੜੇ ਕਰਿਆਨੇ ਦੇ ਰੇਟ ਆਸਮਾਨ 'ਚ ਛੂਹ ਗਏ। ਕਿਸੇ ਸਰਕਾਰ ਨੇ ਕੁਝ ਕਿਹਾ, ਕਿਸੇ ਪ੍ਰਸ਼ਾਸਨ ਨੇ ਉਸ 'ਤੇ ਕੋਈ ਕਾਰਵਾਈ ਕੀਤੀ ਵੀ ਤੂੰ ਦਾਲ 40 ਰੁਪਏ ਸੀ, ਤੂੰ ਇੰਨੇ ਪੈ ਕਿਉਂ ਦੇ ਰਿਹਾ, ਖੰਡ ਤੇਰੀ ਤੂੰ ਇਹ ਕੀ ਭਾਅ ਦੇ ਰਿਹਾ, ਤੇਲ ਕੀ ਭਾਅ ਦੇ ਰਿਹਾ। ਕਿਸੇ ਨੇ ਬੋਲਿਆ ਸਿਰਕੀ ਬਾਜ਼ਾਰ 'ਚ ਵੱਡੀਆਂ ਦੁਕਾਨਾਂ ਜਿਹੜੀਆਂ ਬਲੈਕਮੇਲ ਵੇਚੀ ਜਾਂਦੇ, ਕੋਈ ਬੋਲ ਨਹੀਂ ਰਿਹਾ। 2:30 ਵਜੇ ਤੁਸੀਂ 2 ਘੰਟੇ ਖੋਲ੍ਹਣ ਦਾ ਟਾਈਮ ਦਿੱਤਾ, ਸਵੇਰੇ 2:30 ਵਜੇ ਖੋਲ੍ਹ ਕੇ ਬਹਿ ਜਾਂਦੇ ਆ 5 ਵਜੇ। ਮੈਂ ਕਹਿਣਾ ਚਾਹੁੰਦਾ, ਮੈਂ ਇੱਕ ਰਾਏ ਦੇਣਾ ਚਾਹੁੰਦਾ ਵੀ ਤੁਸੀਂ ਇੱਕ ਟਾਈਮ ਤੇ 2 ਘੰਟੇ ਜਿਹੜੀਆਂ ਮੰਨ ਲਓ ਦਵਾਈਆਂ ਦੀਆਂ ਦੁਕਾਨਾਂ ਖੋਲ੍ਹਣੀਆਂ, ਤੁਸੀਂ ਸਾਰੇ ਬਠਿੰਡੇ ਦੀਆਂ ਖੋਲ੍ਹੋ, ਤਾਂ ਕਿ ਰਸ਼ ਘੱਟ ਜੇ ਤੁਸੀਂ ਇੱਕ ਥਾਂ ਤੇ ਖੋਲ੍ਹਦੇ ਤਾਂ ਰਸ਼ ਸੁਭਾਵਿਕ ਹੋਣਾ ਹੀ ਹੋਣਾ।
ਤੇ ਤੁਸੀਂ ਇਹ 2-2 ਘੰਟੇ ਦਾ ਕੋਈ ਟਾਈਮ ਦਿਓ। 2 ਘੰਟੇ ਸਵੇਰੇ ਸਬਜ਼ੀ ਵਾਲਿਆਂ ਨੂੰ ਦੇ ਦਿਓ, 2 ਘੰਟੇ ਕੋਈ ਦੁਪਹਿਰੇ ਜੇ ਦਵਾਈਆਂ ਵਾਲਿਆਂ ਨੂੰ ਦੇ ਦਿਓ, 2 ਘੰਟੇ ਕੋਈ ਸ਼ਾਮ ਨੂੰ ਕਰਿਆਨੇ ਵਾਲਿਆਂ ਨੂੰ ਦੇ ਦਿਓ, ਕੋਈ ਦੁੱਧ ਵਾਲਿਆਂ ਨੂੰ ਦੇ ਦਿਓ। ਕੋਈ ਸਥਿਤੀ ਐ ਬਣੂਗੀ। ਮੇਰੀ ਰਾਏ ਹੈ ਵੀ ਅਗਰ ਐਂ ਕਰੋਗੇ ਤਾਂ ਮੇਰੇ ਹਿਸਾਬ ਨਾਲ ਠੀਕ ਹੋ ਜਾਊਗਾ। ਜਿਹੜੀ ਸਟੈਂਟਾਂ ਬਣਾ ਕੇ ਰੱਖਣੀ ਚਾਹੀਦੀ ਹੈ। ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਦਾ ਕਿ ਅਸੀਂ ਆਪ ਦਾ ਬਚਾਅ ਆਪ ਕਰਾਂਗੇ, ਇਹਨਾਂ ਕੋਲ ਤਾਂ ਇਲਾਜ ਹੀ ਹੈ ਨਹੀਂ। ਇੱਕ ਵਿਜੇ ਜੀ ਗੱਲ ਹੋਰ ਆ, ਕੈਪਟਨ ਸਾਹਿਬ ਨੇ ਮੁੱਖ ਮੰਤਰੀ ਆਪਣੇ ਨਰਿੰਦਰ ਮੋਦੀ ਨੂੰ ਕਿਹਾ ਵੀ ਠੇਕੇ ਖੋਲ੍ਹ ਦਿੱਤੇ ਜਾਣ। ਠੇਕੇ ਹੁਣ ਵੀ ਖੁੱਲ੍ਹਦੇ ਆ। ਠੇਕੇ ਜਿਹੜੇ ਚੋਰੀਆਂ ਸ਼ਰਾਬ ਵਿਕੀ ਜਾਂਦੇ ਉਹਨਾਂ ਤੇ ਲਗਾਮ ਨਹੀਂ। ਮੈਨੂੰ ਤਾਂ ਇੱਕ ਕੈਪਟਨ ਸਾਹਿਬ ਦੀ ਨਹੀਂ ਆਉਂਦੀ ਵੀ ਠੇਕੇ ਖੋਲ੍ਹਣ ਦੀ ਕਾਹਲੀ ਕੀ ਪੈ ਗਈ। ਪਹਿਲਾਂ ਗਰੀਬਾਂ ਦੇ ਢਿੱਡ ਦਾ ਭਰ ਦਿਓ। ਠੀਕ ਹੈ, ਸਾਨੂੰ ਐਕਸਾਈਜ਼ ਤੋਂ ਪੈਸਾ ਆਉਂਦਾ, ਐਕਸਾਈਜ਼ ਦੇ ਨਾਲ ਸਿਸਟਮ ਚੱਲਦਾ। ਮੈਂ ਉਹਨਾਂ ਦੀ ਗੱਲ ਨੂੰ ਸਮਝਦਾ ਕਿਉਂਕਿ ਥੋੜ੍ਹੀ ਪੰਜਾਬ ਭਾਸ਼ਾ ਮੈਨੂੰ ਵੀ ਆਉਂਦੀ ਹੈ ਕਿ ਜਿਹੜੇ ਪੈਸਾ ਉਹ ਐਕਸਾਈਜ਼ ਤੋਂ ਜ਼ਿਆਦਾ ਆਉਂਦਾ, ਉਹਦੇ ਨਾਲ ਜਿਹੜਾ ਸਿਸਟਮ ਚੱਲੂਗਾ। ਬੇਸ਼ੱਕ ਇਹ ਇਕੱਲਾ ਪੰਜਾਬ ਹੀ ਨਹੀਂ, ਹਿੰਦੁਸਤਾਨ ਹੀ ਬਹੁਤ ਪਿੱਛੇ ਚਲਾ ਗਿਆ। ਇਸ ਦੇ ਹਿਸਾਬ ਨਾਲ ਲੱਖਾਂ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਇਸ ਵੇਲੇ ਸਾਰਿਆਂ ਨੂੰ। ਪਰ ਉਹ ਜਿਹੜਾ ਠੇਕਾ ਖੋਲ੍ਹਣ ਦੀ ਗੱਲ ਕਹਿ ਰਹੇ ਹੋ, ਪਹਿਲਾਂ ਤੁਸੀਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਤਾਂ ਦਿਓ ਨਾ। ਜਦੋਂ ਖੁੱਲ੍ਹਣਗੀਆਂ ਤਾਂ ਠੇਕਾ ਵੀ ਖੁੱਲ੍ਹ ਜੂਗਾ। ਪਰ ਮੈਂ ਮੁਨਾਸਬ ਨਹੀਂ ਸਮਝਦਾ ਵੀ ਠੇਕੇ ਨੂੰ ਤੁਸੀਂ ਖੋਲ੍ਹੋ ਤੇ ਲੋਕ ਭੁੱਖੇ ਘਰਾਂ 'ਚ ਬੈਠੇ ਕਰੀ ਜਾਣ। ਤੇ ਅੱਜ ਘਰਾਂ ਦੇ ਅੰਦਰ ਕਲੇਸ਼ ਵੀ ਬਹੁਤ ਜ਼ਿਆਦਾ ਪਏ ਆ। ਤੁਸੀਂ ਠੇਕੇ ਖੋਲ੍ਹ ਕੇ ਕਲੇਸ਼ ਵਧਾਉਣਾ ਚਾਹੁੰਦੇ ਹੋ। ਜਿਹੜੇ ਠੇਕੇ ਆ ਅੱਜ ਘਰਾਂ ਦੇ ਵਿੱਚ ਹਾਲਾਤ ਇਹ ਬਣੇ ਪਏ ਆ ਕਿ ਮੀਆਂ ਬੀਬੀ ਦੇ ਵਿੱਚ ਅੱਕ ਗਏ ਇੱਕ ਦੂਜੇ ਨੂੰ ਦੇਖ ਕੇ। ਉਹ ਕੀ ਕਹਿੰਦੇ, ਕੋਈ ਕਹਾਵਤ ਜੀ ਹੈ, ਅੱਕ ਗਏ ਆ ਸਾਰੇ ਦੇਖ ਕੇ ਇੱਕ ਦੂਜੇ ਨੂੰ। ਇਸ ਕਰਕੇ ਉਹ ਨਾ ਤਾਂ ਬਾਹਰ ਨਿਕਲ ਦਿੰਦੇ ਆ। ਜਿਹੜੀਆਂ ਘਰ ਦੇ ਅੰਦਰ ਲੜਾਈਆਂ ਜ਼ਰੂਰਤ ਤੋਂ ਜ਼ਿਆਦਾ ਵੱਧ ਚੁੱਕੀਆਂ ਕਿਉਂਕਿ ਕਈਆਂ ਦੇ ਘਰਾਂ 'ਚ ਮੈਂ ਗਿਆ ਰਾਜੀਨਾਮੇ ਕਰਾਉਣ ਲਈ, ਉੱਥੇ ਸਥਿਤੀ ਗੰਭੀਰ ਬਣੀ ਪਈ ਹੈ। ਮੈਂ ਐਸੇ ਗੱਲ ਤੇ ਤੁਹਾਨੂੰ ਜਾਣਾ ਚਾਹੁੰਦਾ, ਜੇ ਦਾਰੂ ਦਾ ਠੇਕੇ ਖੁੱਲ੍ਹ ਕੇ ਦਾਰੂ ਪੀ ਕੇ ਦੁਬਾਰਾ ਲੜਾਈਆਂ ਜ਼ਿਆਦਾ ਹੋ ਜਾਣਗੀਆਂ। ਫਿਰ ਕੁਐਸਚਨ ਇਹ ਹੈ ਵੀ ਜਦੋਂ ਪੈਸਾ ਹੀ ਹੈ ਨਹੀਂ ਫਿਰ ਦਾਰੂ ਲਈ ਪੈਸਾ ਕਿੱਥੋਂ ਆਊਗਾ। ਫਿਰ ਮੇਰਾ ਸਰਕਾਰ ਅੱਗੇ ਸਵਾਲ ਹੈ ਕਿ ਜਦੋਂ ਸਾਡੇ ਕੋਲ ਪੈਸਾ ਰੋਟੀ ਖਾਣ ਨੂੰ ਹੈ ਨਹੀਂ, ਦੁੱਧ ਲਈ ਹੈ ਨਹੀਂ, ਬੱਚਿਆਂ ਦੀ ਕਲਾਸਾਂ ਲਈ ਨਹੀਂ ਹੈ, ਉਹ ਫਿਰ ਸਾਡੇ ਕੋਲੇ ਦਾਰੂ ਲਈ ਪੈਸਾ ਕਿੱਥੋਂ ਆਊਗਾ। ਸਰਕਾਰ ਪੈਸਾ ਕਿਵੇਂ ਇਕੱਠਾ ਕਰੂਗੀ। ਮੈਂ ਖੇਲਣ ਦੇ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤਾਂ ਪੀਂਦਾ ਨਹੀਂ। ਦੇਖੋ ਆਨਲਾਈਨ ਦਾਰੂ ਸ਼ੁਰੂ ਹੋ ਗਈ, ਕਾਲਾ ਬਾਜ਼ਾਰੀ ਕੀਤੀ ਆਨਲਾਈਨ ਦਾਰੂ। ਜਿਹੜੇ ਤੁਸੀਂ ਆਨਲਾਈਨ ਜਿਹੜੀਆਂ ਤੁਸੀਂ ਚੀਜ਼ਾਂ ਸ਼ੁਰੂ ਕਰਨਾ ਚਾਹੁੰਦੇ ਹੋ, ਜੇ ਆਨਲਾਈਨ ਕਰੋਗੇ ਸਾਰਾ ਵਪਾਰੀ ਮਰ ਜਾਊਗਾ। ਜਿਹੜੀਆਂ ਦੁਕਾਨਾਂ ਛੋਟੀਆਂ ਮੋਟੀਆਂ ਬਾਜ਼ਾਰਾਂ ਦੇ ਅੰਦਰ ਤੁਸੀਂ ਇਹਦਾ ਮਤਲਬ ਸਾਰੀ ਮਾਰਕੀਟਾਂ ਨੂੰ ਫੇਲ ਕਰਨਾ ਚਾਹੁੰਦੇ ਹੋ ਆਨਲਾਈਨ ਕਰਕੇ। ਤੁਸੀਂ ਵੱਡੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਹੋ। ਜਿਹੜੀਆਂ ਛੋਟੀਆਂ ਦੁਕਾਨਾਂ ਜੇ ਤੁਸੀਂ ਆਨਲਾਈਨ, ਪਹਿਲਾਂ ਤੁਸੀਂ ਅੱਜ ਤੋਂ 2-4 ਮਹੀਨੇ ਪਹਿਲਾਂ ਕਹਿੰਦੇ ਸੀ ਆਨਲਾਈਨ ਕੋਈ ਸਮਾਨ ਨਾ ਮੰਗਾਓ, ਅੱਜ ਤੁਸੀਂ ਕਹਿੰਦੇ ਆਨਲਾਈਨ ਮੰਗਾਓ। ਅਗਰ ਆਨਲਾਈਨ ਸਮਾਨ ਆਊਗਾ ਵਪਾਰੀ ਬੰਦਾ ਤਾਂ ਬਿਲਕੁਲ ਹੀ ਮਰ ਜਾਊਗਾ। ਛੋਟੀਆਂ ਦੁਕਾਨਾਂ ਵਾਲੇ ਤਾਂ ਪਹਿਲਾਂ ਰੋਈ ਜਾਂਦੇ, ਹੋਰ ਰੋਣਗੇ। ਵਿਜੇ ਜੀ, ਇੱਕ ਦੁੱਧ ਉਤਪਾਦਨ ਹੈ ਜਿਹੜੇ ਇਸ ਟਾਈਮ 24 ਕਰੋੜ ਦਾ ਘਾਟਾ ਡੇਲੀ ਦਾ ਪਈ ਜਾਂਦਾ। ਦੁੱਧ ਹੈ ਜਿਹੜਾ ਉਹ ਜੇ ਸਰਕਾਰ ਚਾਹਵੇ, ਜਿਹੜੇ ਮਿਲਕ ਪਲਾਂਟ ਆ, ਵੇਰਕਾ ਮਿਲਕ ਪਲਾਂਟ, ਉਹ ਦੁੱਧ ਚੱਕ ਲੇ, ਉਹ ਉਹਨਾਂ ਕੁ ਚੱਕਦੇ ਆ। ਦੁੱਧ ਦਾ ਜਿਹੜਾ ਇਸ ਵੇਲੇ ਪਿੰਡਾਂ ਦਾ ਜੋ ਮੈਨੂੰ ਸੁਣਨ ਜਾਂਦਾ ਵੀ ਦੇਖੋ ਹਲਵਾਈਆਂ ਦੀਆਂ ਦੁਕਾਨਾਂ ਬੰਦ ਪਈਆਂ, ਰੋਜ਼ ਟਨਾਂ ਦੇ ਹਿਸਾਬ ਨਾਲ ਦੁੱਧ ਆਉਂਦਾ ਸੀ। ਹੁਣ ਦੁੱਧ ਤਾਂ ਉਹੀ ਹੈ ਨਾ ਜਿੰਨਾ ਪੈਦਾ ਕਰਦੇ ਸੀ, ਪਰ ਹੁਣ ਜਿਹੜਾ ਦੁੱਧ ਹੈ ਜਾਂ ਤਾਂ ਸਾਰਾ ਟੋਟਲ ਦੁੱਧ ਜਿਹੜਾ ਇਹਨਾਂ ਦੀ ਵੇਰਕਾ ਦੀਆਂ ਕੰਪਨੀਆਂ ਉਹਨਾਂ ਨੂੰ ਖੋਲ੍ਹਣ, ਉਹਨਾਂ ਨੂੰ ਦੁੱਧ ਨੂੰ ਸਸਤਾ ਕਰਕੇ ਦੇ ਦੇਣ। ਜੇ ਕੰਟਰੋਲ ਰੇਟ ਤੇ ਤਾਂ ਦੇ ਸਕਦੀ ਹੈ ਨਾ ਸਰਕਾਰ। ਜਿਹੜਾ ਸਰਕਾਰ ਕੋਲੇ ਹੈ, ਮੈਂ ਨਹੀਂ ਕਹਿੰਦਾ ਤੁਸੀਂ ਸਭ ਨੂੰ ਫ੍ਰੀ ਰਾਸ਼ਨ ਦੇ ਦਿਓ ਜਾਂ ਦੁੱਧ ਦੇ ਦਿਓ। ਘੱਟੋ ਘੱਟ ਦੁੱਧ ਦਾ ਜਿਹੜਾ ਰੇਟ ਆ 30-35 ਰੁਪਏ ਕਰਕੇ ਕੰਟਰੋਲ ਰੇਟ ਕੁਛ ਤਾਂ ਕਰਕੇ ਦਿਓ ਨਾ, ਜਿਹੜਾ ਸਾਨੂੰ ਐ ਲੱਗੇ ਯਾਰ ਕੋਈ ਨਹੀਂ ਅਸੀਂ ਘਰੇ ਬੈਠੇ ਹਾਂ, ਸਰਕਾਰ ਨੇ ਸਾਨੂੰ ਬਚਾਉਣ ਲਈ ਘਰੇ ਬਿਠਾਇਆ ਤਾਂ ਉਹਦੇ ਵਿੱਚ ਸਾਨੂੰ ਫਾਇਦਾ ਹੋ ਰਿਹਾ। ਕੁਛ ਵੀ ਨਹੀਂ ਸਾਨੂੰ ਦੇ ਰਹੀ ਸਰਕਾਰ। ਹੱਥ ਖੜੇ ਆ ਸਰਕਾਰ ਦੇ। ਸਰਕਾਰ ਤਾਂ ਕਹਿੰਦੀ ਅਸੀਂ ਮਜਬੂਰ ਹਾਂ, ਇਹ ਲੋਕਡਾਊਨ ਅਸੀਂ ਅੱਗੇ ਵਧਾਵਾਂਗੇ। ਜੋ ਹਾਲਾਤ ਨਜ਼ਰ ਆ ਰਹੇ ਆ, ਲੋਕਡਾਊਨ ਅੱਗੇ ਵਧਾਉਣ ਤੋਂ ਪਹਿਲਾਂ ਇਹ ਸੋਚ ਲਿਓ। ਮੇਰਾ ਕੈਪਟਨ ਸਾਹਿਬ ਨੂੰ ਵੀ ਬੇਨਤੀ ਹੈ, ਸਾਡੀ ਮੋਦੀ ਸਾਹਿਬ ਨੂੰ ਬੇਨਤੀ ਹੈ, ਸਰਕਾਰਾਂ ਨੂੰ ਬੇਨਤੀ ਹੈ, ਪਹਿਲਾਂ ਜਿਹੜਾ ਤੁਸੀਂ ਆ ਆਨਲਾਈਨ ਕੰਮ ਬੰਦ ਕਰੋ। ਛੋਟੀਆਂ ਦੁਕਾਨਾਂ ਨੂੰ ਮੌਕਾ ਦਿਓ। ਜਿਹੜੇ ਘਰੇ ਬੈਠੇ ਆ, ਚਾਹੇ ਉਹ ਮਨਿਆਰੀ ਵਾਲੇ ਆ, ਚਾਹੇ ਉਹ ਪਾਰਲਰ ਵਾਲੇ ਆ, ਚਾਹੇ ਉਹ ਨਾਈ ਆ, ਚਾਹੇ ਉਹ ਕਸਾਈ ਆ, ਚਾਹੇ ਉਹ ਕੋਈ ਵੀ ਹੋਵੇ। ਮੈਂ ਦੁਕਾਨਾਂ ਤਾਂ ਗਿਣਾਉਣ ਲੱਗੂੰਗਾ, ਮੈਨੂੰ ਹਿਸਾਬ ਹੀ ਨਹੀਂ ਆਉਣਾ ਵੀ ਕਿੰਨੀਆਂ ਦੁਕਾਨਾਂ। ਸਾਰੇ ਵਪਾਰ ਠੱਪ ਹੋ ਜਾਣਗੇ ਜੇ ਤੁਸੀਂ ਆਨਲਾਈਨ ਸਮਾਨ ਦੀ ਪ੍ਰਵਾਨਗੀ ਦਿਓਗੇ। ਮੈਂ ਠੇਕਿਆਂ ਦੇ ਵਿਰੁੱਧ ਨਹੀਂ ਆ, ਮੈਂ ਕੋਈ ਪੀਂਦਾ ਨਹੀਂ, ਮੈਂ ਖਾਂਦਾ ਨਹੀਂ। ਠੇਕੇ ਜਿਹੜੇ ਪੀਣ ਵਾਲੇ ਖੋਲ੍ਹਣ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਘੱਟੋ ਘੱਟ ਕੈਪਟਨ ਸਾਹਿਬ ਠੇਕੇ ਵੀ ਖਿਲਾਓ ਤੇ ਘਰ ਜਿਹੜੀ ਰੋਟੀ ਦਾ ਇੰਤਜ਼ਾਮ ਵੀ ਕਰੋ, ਉਹਨਾਂ ਦਾ ਪੇਟ ਵੀ ਪਾਲੋ, ਬੱਚਿਆਂ ਨੂੰ ਦੁੱਧ ਦਾ ਇੰਤਜ਼ਾਮ ਵੀ ਕਰੋ। ਠੇਕੇ ਖੋਲ੍ਹੋ, ਸਾਨੂੰ ਕੋਈ ਇਤਰਾਜ਼ ਨਹੀਂ। ਇੱਕ ਸਬਜ਼ੀ ਕਾਸਤ ਆ ਜਿਹੜੇ ਪਿੱਛੇ ਤੁਸੀਂ ਦੇਖਿਆ ਹੀ ਹੈ, ਸਾਰੇ ਉਹ ਕਰਾਹਾ ਲਾ ਕੇ ਜਿਹੜੇ ਸਬਜ਼ੀ ਆਪਦੀ ਸਾਰੀ ਵੱਢੀ ਤੁਰੀ ਜਾਂਦੇ ਆ, ਖਰਾਬ ਹੋਈ ਜਾਂਦੀ ਹੈ ਸਬਜ਼ੀ। ਜਦੋਂ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨ ਦਿੱਤੀ ਜਾ ਰਹੀ, ਬੰਦੇ ਆ ਰਹੇ ਆ, ਸਬਜ਼ੀ ਨਹੀਂ ਆ ਸਕਦੀ। ਬੰਦੇ ਸ਼ਹਿਰ ਦੇ ਅੰਦਰ ਐਂਟਰੀ ਕਰ ਰਹੇ ਆ। ਸਬਜ਼ੀ ਦੀ ਗੱਲ ਕਰਦੇ ਪਹਿਲਾਂ ਤਾਂ ਵੀ ਲੋਕਲ ਆਊਗੀ, ਪਰ ਲੋਕਲ ਸਬਜ਼ੀ ਤਾਂ ਅੰਦਰ ਹੀ ਨਹੀਂ। ਜਿਹੜਾ ਪ੍ਰਸ਼ਾਸਨ ਸਾਨੂੰ ਗ੍ਰੀਨ ਯਾਰਡ 'ਚ ਰੱਖਿਆ, ਇਹਨਾਂ ਦੀ ਮਿਹਨਤ ਐਸਐਸਪੀ ਸਾਹਿਬ ਦੀ ਲਾ ਲਓ, ਡੀਸੀ ਸਾਹਿਬ ਦੀ ਲਾ ਲਓ, ਪ੍ਰਸ਼ਾਸਨ ਦੀ, ਨਗਰ ਨਿਗਮ ਦੀ ਲਾ ਲਓ, ਪੱਤਰਕਾਰਾਂ ਦੀ ਲਾ ਲਓ, ਐਨਓਜੀ ਦੀ ਲਾ ਲਓ, ਡਾਕਟਰਾਂ ਦੀ ਲਾ ਲਓ, ਇਹਨਾਂ ਨੂੰ ਮੈਂ ਸਲੂਟ ਕਰਦਾ ਕਿਉਂਕਿ ਇਹਨਾਂ ਦੀ ਮਿਹਨਤ ਨਾਲ ਹੀ ਅੱਜ ਅਸੀਂ ਬਠਿੰਡੇ ਨੂੰ ਸੇਵ ਕਰੀ ਬੈਠੇ ਆ। ਪਰ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਲੋਕ ਸਬਜ਼ੀਆਂ ਵੇਚਣ ਲਈ ਗਲੀਆਂ ਦੇ ਵਿੱਚ ਆ ਰਹੇ ਆ, ਤੁਸੀਂ ਉਹ ਆਪਦੇ ਬੰਦਿਆਂ ਨੂੰ ਪਾਸ ਦੇਤੇ। ਜਿਹੜੇ ਬੰਦੇ ਉੱਥੇ ਗਲੀਆਂ 'ਚ ਫਿਰਦੇ ਆ, ਕੀ ਉਹਨਾਂ ਦਾ ਕਦੇ ਟੈਸਟ ਕਰਾਇਆ ਵੀ ਇਹਨਾਂ ਨੂੰ ਕੁਝ ਹੈਗਾ ਕਿ ਨਹੀਂ ਹੈਗਾ? ਕੀ ਤੁਸੀਂ ਉਹਨਾਂ ਨੂੰ ਕਦੇ ਟੈਸਟ ਕਰਾ ਕੇ ਭੇਜਿਆ ਗਲੀਆਂ ਦੇ ਅੰਦਰ?
ਤੁਸੀਂ ਕੰਟਰੋਲ ਕਿਵੇਂ ਕਰੋਗੇ? ਮੈਨੂੰ ਤਾਂ ਕੰਟਰੋਲ ਮੈਨੂੰ ਗਿਆਤਾ ਨਹੀਂ, ਮੈਂ ਕੋਈ ਸਾਇੰਸਦਾਨ ਨਹੀਂ। ਆਲੂਆਂ ਵਾਂਗੂ ਪਾਸ ਵੰਡੇ ਗਏ ਆ, ਪਾਸ ਇਸ ਟਾਈਮ ਘੱਟੋ ਹਰ ਗਲੀ ਦੇ ਵਿੱਚ ਟਰੈਕਟਰ ਟਰਾਲੀ ਵਾਲਾ, ਹਰ ਗਲੀ ਦੇ ਵਿੱਚ ਰੇਹੜੀ ਪਰ ਮੈਂ ਜਿਹੜਾ ਵਪਾਰੀ ਦਬਕਾ ਦੇਖੋ, ਜਿਵੇਂ ਮੰਡੀ ਆ ਉਹ ਤਾਂ ਸਾਰੀ ਰੋਈ ਜਾਂਦੀ, ਉਹ ਕਹਿੰਦੇ ਸਾਨੂੰ ਕੁਝ ਨਹੀਂ ਮਿਲਿਆ। ਫਿਰ ਉਹ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਾਸ ਮਿੱਤਿਆ? ਕੌਣ ਹੈ? ਮੈਨੂੰ ਕਿਸੇ ਦੇ ਵਿਰੁੱਧ ਨਹੀਂ। ਮੈਂ ਕਹਿਣਾ ਚਾਹੁੰਦਾ ਵੀ 2 ਘੰਟੇ ਤੁਸੀਂ ਸਾਰੀ ਸਬਜ਼ੀ ਵਾਲਿਆਂ ਨੂੰ ਟਾਈਮ ਦਿਓ, 2 ਘੰਟੇ ਤੁਸੀਂ ਮਨਿਆਰੀ ਵਾਲਿਆਂ ਨੂੰ ਟਾਈਮ ਦਿਓ, 2 ਘੰਟੇ ਤੁਸੀਂ ਕਰਿਆਨੇ ਵਾਲਿਆਂ ਨੂੰ ਟਾਈਮ ਦਿਓ, 2 ਘੰਟੇ ਤੁਸੀਂ ਦੁੱਧ ਵਾਲਿਆਂ ਨੂੰ ਟਾਈਮ ਦਿਓ, 2 ਘੰਟੇ ਤੁਸੀਂ ਠੇਕੇ ਵਾਲਿਆਂ ਨੂੰ ਵੀ ਦੇ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਘੱਟੋ ਘੱਟ ਸਾਡੇ ਜਿਹੜੇ ਪੇਟ ਲੱਗਿਆ, ਪੇਟ ਦੇ ਵਿੱਚ ਜਿਹੜੀ ਅੱਗ ਲੱਗੀ ਇਹਨੂੰ ਬੁਝਾਉਣ ਲਈ ਕੁਝ ਤਾਂ ਇੰਤਜ਼ਾਮ ਕਰੋ ਕੈਪਟਨ ਸਾਹਿਬ। ਮੇਰੀ ਤਾਂ ਇੱਕ ਬੇਨਤੀ ਹੈ ਮੋਦੀ ਸਾਹਿਬ ਅੱਗੇ ਵੀ, ਕੈਪਟਨ ਸਾਹਿਬ ਅੱਗੇ, ਕੀ ਤੁਸੀਂ ਸਾਡੇ ਵਰਗੇ ਬੰਦਿਆਂ ਲਈ, ਮੱਧ ਵਰਗੀ ਬੰਦਿਆਂ ਲਈ, ਆਮ ਬੰਦਿਆਂ ਲਈ, ਜਰਨਲ ਬੰਦਿਆਂ ਲਈ ਜਾਂ ਜਿਹੜੇ ਲੋਅ ਕਲਾਸ ਦੇ ਬੰਦਿਆਂ ਲਈ, ਉਹਨਾਂ ਲਈ ਤੁਸੀਂ ਕੋਈ ਪ੍ਰਪੋਜ਼ਲ ਰੱਖੀ? ਉਹਨਾਂ ਲਈ ਕੋਈ ਤੁਸੀਂ ਪੈਕੇਜ ਰੱਖਿਆ? ਕਿ ਤੁਸੀਂ ਉਹਨਾਂ ਨੂੰ ਸੋਚਿਆ ਵੀ ਇਹਨਾਂ ਦੀ ਰੋਟੀ ਕਿਵੇਂ ਚੱਲੂਗੀ? ਤੁਸੀਂ ਉਹਨਾਂ ਨੂੰ ਕੋਈ ਅੱਜ ਜੇ ਤੁਹਾਨੂੰ ਹਮਦਰਦੀ ਆ ਸਾਡੇ ਦੇ ਨਾਲ, ਤੁਸੀਂ ਪਾਣੀ, ਸੀਵਰ, ਬਿਜਲੀ, ਕਿਸ਼ਤਾਂ ਜਿਹੜੀਆਂ ਕਿਸ਼ਤਾਂ ਭਰਨੀਆਂ ਇਹ ਸਾਰੀਆਂ ਤੁਸੀਂ ਉੱਤੋਂ ਕਹਿ ਤਾਂ ਰਹੇ ਹੋ ਵੀ ਨਾ ਭਰੋ, 3 ਮਹੀਨਿਆਂ ਦਾ ਟਾਈਮ ਹੈ। ਪਰ ਮੈਂ ਕਹਿਣਾ ਚਾਹੁੰਦਾ ਇਹ ਸਾਰਾ ਸਾਡੇ ਤੋਂ ਵਿਆਜ ਸਮੇਤ ਲੈਣਗੇ। ਜੇ ਤੁਹਾਡੇ ਆਰਡਰ ਬੈਂਕ ਤੁਹਾਡੇ ਡਿਪਾਰਟਮੈਂਟ ਵਾਲੇ ਨਹੀਂ ਮੰਨਦੇ ਤੇ ਸਾਡੀ ਕਿਵੇਂ ਮੰਨਣਗੇ? ਅੱਜ ਤੁਸੀਂ ਕਹਿੰਦੇ ਹੋ ਕਿਰਾਇਆ ਛੱਡ ਦਿਓ, ਕਿਰਾਇਆ ਛੱਡ ਦਿਓ, ਬਿਲਕੁਲ ਤੁਸੀਂ ਕਹਿੰਦੇ ਹੋ ਵੀ ਤਨਖਾਹਾਂ ਦਿਓ। ਜਦੋਂ ਕਿਸੇ ਪਾਸੋਂ ਪੈਸਾ ਕੋਈ ਵਪਾਰੀ ਕੋਲ ਆਊਗਾ ਉਹ ਤਨਖਾਹਾਂ ਤਾਂ ਹੀ ਦੇਊਗਾ। ਉਹ ਤਨਖਾਹਾਂ ਵੀ ਤਾਂ ਹੀ ਮਿਲਣਗੀਆਂ ਜੇ ਦੁਕਾਨਾਂ ਖੁੱਲਣਗੀਆਂ। ਜੇ ਦੁਕਾਨਾਂ ਖੁੱਲਣਗੀਆਂ, ਜੇ ਅੱਜ 2 ਮਹੀਨੇ ਦੀਆਂ ਦਾ ਵਪਾਰੀ ਪੈਸੇ ਦੇ ਦੂਗਾ ਕਿਰਾਏ ਦੇ ਦੁਕਾਨਦਾਰਾਂ ਨੂੰ, ਆਪਣਾ ਜਿਹੜੇ ਮੁਲਾਜ਼ਮ ਲੱਗੇ ਆ, ਪਰ ਲੰਬੇ ਟਾਈਮ ਲਈ ਕਿਵੇਂ ਦਊਗਾ ਜਦੋਂ ਉਹਦੇ ਕੋਲ ਸਾਧਨ ਨਹੀਂ? ਤੁਸੀਂ ਉਹਨਾਂ ਨੂੰ ਕੁਝ ਦੇ ਨਹੀਂ ਰਹੇ, ਤੁਸੀਂ ਉਹਨਾਂ ਦੀਆਂ ਦੁਕਾਨਾਂ ਨਹੀਂ ਖੋਲ੍ਹਣ ਨੂੰ ਦੇ ਰਹੇ, ਤੁਸੀਂ ਵਪਾਰੀਆਂ ਨੂੰ ਕੰਮ ਨਹੀਂ ਕਰਨ ਦੇ ਰਹੇ, ਤੁਸੀਂ ਮੁਲਾਜ਼ਮਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਫਿਰ ਉਹ ਪੈਸਾ ਕਿੱਥੋਂ ਆਊਗਾ? ਮੈਨੂੰ ਕੈਪਟਨ ਸਾਹਿਬ ਇੱਕ ਰਾਹ ਤਾਂ ਦਿਖਾ ਦਿਓ ਵੀ ਕੈਪਟਨ ਸਾਹਿਬ ਪੈਸਾ ਇੱਥੋਂ ਆਊਗਾ, ਇੱਥੋਂ ਚੱਕ ਲਿਓ ਆ ਕੇ, ਜਾਂ ਰਾਮਬਾਗ ਤੋਂ ਚੱਕ ਕੇ ਲੈ ਜਿਓ। ਫਿਰ ਤਾਂ ਅਸੀਂ ਮੰਨ ਲਈਏ ਭਾਈ, ਹਾਂ ਭਾਈ ਸਾਡੇ ਲਈ ਬਹੁਤ ਕੁਝ ਹੋ ਗਿਆ। ਜਦੋਂ ਸਾਨੂੰ ਕੋਈ ਰਾਸਤਾ ਹੀ ਨਹੀਂ ਨਜ਼ਰ ਆ ਰਿਹਾ, ਕੋਈ ਬਿਮਾਰੀ ਦਾ ਰਾਸਤਾ ਨਜ਼ਰ ਨਹੀਂ ਆ ਰਿਹਾ ਵੀ ਅਸੀਂ ਬਚਾਂਗੇ ਕਿਵੇਂ, ਸਾਡੇ ਬਚਣਗੇ ਕਿਵੇਂ, ਸੇਫਟੀ ਅਸੀਂ ਆਪ ਕਰ ਰਹੇ ਹਾਂ। ਅਸੀਂ ਵੀ ਘਰ ਘਰ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ, ਲੋਕਾਂ ਨੂੰ ਸਮਝਾ ਰਹੇ ਹਾਂ ਵੀ ਇਹਨੂੰ ਸੇਫਟੀ ਨੂੰ ਆਪਣੀ ਸੇਫਟੀ ਆਪਦੇ ਹੱਥ 'ਚ ਹੈ। ਘਰ 'ਚ ਮਾਸਕ ਬੰਨ੍ਹ ਕੇ ਰੱਖੋ, ਹੱਥ 2-2 15-15 ਮਿੰਟਾਂ ਬਾਅਦ ਸਾਬਣ ਨਾਲ ਧੋਵੋ, ਫਾਸਲਾ ਰੱਖੋ। ਪਰ ਇਹ ਸਥਿਤੀ ਮੈਨੂੰ ਨਹੀਂ ਲੱਗਦਾ ਵੀ ਲੋਕ ਸਮਝ ਰਹੇ ਆ, ਕਿਉਂਕਿ ਨਵੀਂ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ। ਅੱਜ ਤੁਸੀਂ ਪੈਟਰੋਲ ਪੰਪ ਕਹਿਤਾ ਖੋਲ੍ਹ ਦਿਓ, ਪੈਟਰੋਲ ਪੰਪ ਖੋਲ੍ਹ ਦਿਓ, ਠੀਕ ਹੈ, ਪਰ ਜਦੋਂ ਵਹੀਕਲ ਨਹੀਂ ਚੱਲ ਰਹੇ, ਵਾਤਾਵਰਨ ਦਾ ਕੁਦਰਤ ਨੇ ਸਾਫ਼ ਕੀਤਾ, ਤੁਸੀਂ ਨਹੀਂ ਕਰ ਸਕੇ। ਤੁਸੀਂ ਕੋਈ ਸਾਫ਼ ਨਹੀਂ ਕੀਤਾ। ਕੁਦਰਤ ਨੇ ਗੰਗਾ ਵੀ ਸਾਫ਼ ਕਰਤੀ, ਬੁੱਢਾ ਨਾਲਾ ਵੀ ਸਾਫ਼ ਕਰਤਾ, ਤੇ ਕੁਦਰਤ ਨੇ ਆਸਮਾਨ ਵੀ ਸਾਫ਼ ਕਰਤਾ, ਤੇ ਪਹਾੜ ਵੀ ਨਜ਼ਰ ਆਉਣ ਲੱਗੇ। ਤੁਸੀਂ ਕੁਝ ਨਹੀਂ ਕਰ ਸਕੇ। ਸਰਕਾਰਾਂ ਦੀ ਨਲਾਇਕੀ ਇੱਥੋਂ ਹੀ ਨਜ਼ਰ ਆਉਂਦੀ ਹੈ ਵੀ ਤੁਸੀਂ ਕਿੰਨਾ ਕੁ ਕੰਟਰੋਲ ਕਰਦੇ ਹੋ ਪ੍ਰਦੂਸ਼ਣ 'ਤੇ। ਕੁਦਰਤ ਨੇ ਆਪਣਾ ਖੇਡ ਖੇਡਿਆ ਤੇ ਤਾਂ ਅਸੀਂ ਅੱਜ ਥੋੜ੍ਹੇ ਸਾਫ਼ ਵਾਤਾਵਰਨ 'ਚ ਜੀ ਰਹੇ ਹਾਂ। ਹੋ ਸਕਦਾ ਐਸੇ ਕਰਕੇ ਹਾਰਟ ਅਟੈਕ ਨਾ ਹੋ ਰਹੇ ਹੋਣ, ਹੋ ਸਕਦਾ ਐਸੇ ਕਰਕੇ ਸਟੰਟ ਨਾ ਪੈ ਰਹੇ ਹੋਣ, ਹੋ ਸਕਦਾ ਐਸੇ ਕਰਕੇ ਬਿਮਾਰੀਆਂ ਘਟ ਗਈਆਂ ਹੋਣ। ਇਹ ਚੀਜ਼ਾਂ ਕਾਊਂਟ ਕਰਨ ਵਾਲੀਆਂ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਸਰਕਾਰ ਜੀ ਜਾਗੋ। ਜੇ ਅਸੀਂ ਆਉਣ ਵਾਲੇ ਟਾਈਮ ਦੇ ਅੰਦਰ ਸਰਕਾਰ ਦੇ ਵਿੱਚ ਕੁਝ ਰਹਿਣਾ ਚਾਹੁੰਦੇ ਹਾਂ, ਅਸੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਾਂ। ਜੇ ਮੁੱਖ ਮੰਤਰੀ ਤੁਸੀਂ ਬਣੇ ਹੋ, ਪ੍ਰਧਾਨ ਮੰਤਰੀ ਮੋਦੀ ਸਾਹਿਬ ਬਣੇ ਆ, ਤਾਂ ਲੋਕਾਂ ਨੇ ਬਣਾਇਆ। ਜਿਹੜੇ ਲੋਕਾਂ ਨੂੰ ਤੁਸੀਂ ਘਰਾਂ 'ਚ ਬੰਦ ਕੀਤਾ, ਇਹਨਾਂ ਨੇ ਬਣਾਇਆ। ਇਹਨਾਂ ਲਈ ਕੁਝ ਕਰੋ, ਨਹੀਂ ਤਾਂ ਲੋਕ ਬਹੁਤ ਮਜਬੂਰ ਹੈ, ਲੋਕ ਦੁਖੀ ਹੋਏ ਪਏ ਆ, ਅੰਦਰੋਂ ਇਹਨਾਂ ਦੀ ਅੱਗ ਲੱਗੀ ਪਈ ਹੈ, ਕਿਉਂਕਿ ਘਰਾਂ ਦੇ ਅੰਦਰ ਕਲੇਸ਼, ਘਰ ਦੇ ਅੰਦਰ ਪੈਸਾ ਨਹੀਂ ਹੈ, ਨਾ ਦਵਾਈ ਲਈ ਹੈ। ਅੱਜ ਜੇ ਇੱਕ ਗਰੀਬ ਬੰਦਾ ਘਰੋਂ ਦਵਾਈ ਲਈ ਘਰੋਂ ਨਿਕਲਦਾ, ਉਹਦੇ ਡਾਂਗਾਂ ਪੈਂਦੀਆਂ। ਉਹ ਦੇਖੋ ਉਸ ਪਰਿਵਾਰ 'ਤੇ ਕੀ ਬੀਤੂਗੀ, ਜਿਹੜੇ ਪਰਿਵਾਰ ਦੇ ਵਿੱਚ ਜਿੰਦੇ ਬੱਚੇ ਜਵਾਨ ਹੈ, ਜਦੋਂ ਘਰੋਂ ਇੱਕ ਮਜਬੂਰ ਹੋ ਕੇ ਜਦੋਂ ਬੱਚਾ ਰੋਣੋਂ ਨਹੀਂ ਹਟਦਾ, ਬਾਹਰ ਥੈਲਾ ਲੈ ਕੇ ਤੁਰਦਾ। ਪੁਲਿਸ ਕਹਿੰਦੀ ਹੈ ਵੀ ਅਸੀਂ ਤੁਹਾਨੂੰ ਕਰੋਨਾ ਤੋਂ ਬਚਾਉਣਾ, ਜੇ ਕਹਿੰਦੇ ਦਵਾਈ ਕੰਨੀਓ ਸਰ ਜੂਗਾ, ਪਰ ਕਰੋਨਾ ਤੋਂ ਬਚਾਉਣਾ, ਇਹ ਜਵਾਬ ਦਿੱਤਾ ਹੈ। ਬਿਲਕੁਲ ਪੁਲਿਸ ਕਰ ਰਹੀ ਹੈ। ਮੈਂ ਪੁਲਿਸ ਨੂੰ ਮੈਂ ਕੋਈ ਨਿੰਦ ਨਹੀਂ ਰਿਹਾ, ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ। ਪਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਆਪਦੀ ਵੀ ਤਾਂ ਸੇਫਟੀ ਕਰੋ ਨਾ। ਹੁਣ ਜਿਵੇਂ ਦੇਖੋ ਲੁਧਿਆਣੇ ਕਿੱਡਾ ਵੱਡਾ ਹਾਦਸਾ ਹੋ ਗਿਆ, ACP ਸਾਹਿਬ ਮਰ ਗਏ। ਤੁਸੀਂ ਆਪਦੀ ਸੇਫਟੀ ਵੀ ਕਰੋ। ਤੁਹਾਡੇ ਘਰੇ ਵੀ ਬੱਚੇ ਬੈਠੇ, ਮੈਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਆਪਦੇ ਬੱਚਿਆਂ ਨੂੰ ਵੀ ਦੇਖੋ, ਥੋੜ੍ਹੀ ਜਿਹੀ ਸੇਫਟੀ ਆਪਾਂ ਵੀ ਰੱਖੀਏ। ਕਿਉਂਕਿ ਜੇ ਤੁਸੀਂ ਸਾਨੂੰ ਬਚਾਉਣ ਲੱਗੇ ਹੋ, ਮੈਂ ਤਾਂ ਕਹਿ ਹੀ ਨਹੀਂ ਰਿਹਾ ਵੀ ਤੁਸੀਂ ਸਾਡੇ ਬਚਾਉਣ ਲਈ ਬਹੁਤ ਕੁਝ ਕੀਤਾ। ਤੁਸੀਂ ਦਿਨ ਰਾਤ ਇੱਕ ਕੀਤਾ, 4-4 ਦਿਨ ਦੀ ਤੁਸੀਂ ਪੁਰਾਣੀ ਵਰਦੀ ਪਾਈ ਹੋਈ, ਆਪਦੇ ਘਰਾਂ 'ਚ ਬੱਚਿਆਂ ਨੂੰ ਨਹੀਂ ਮਿਲ ਰਹੇ। ਮੈਂ ਕਹਿ ਰਿਹਾ ਤੁਸੀਂ ਸਾਡੇ ਲਈ ਕਰ ਰਹੇ ਹੋ। ਪਰ ਮੈਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਬੰਦਾ ਮਜਬੂਰ ਹੋ ਕੇ ਘਰੋਂ ਬਾਹਰ ਨਿਕਲਦਾ ਨਾ, ਜਾਂ ਤਾਂ ਘਰ ਵਾਲੀ ਤੋਂ ਦੁਖੀ ਹੋ ਕੇ ਫਿਰ ਬਾਹਰ ਆ ਜਾਂਦਾ, ਤੇ ਜਾਂ ਫਿਰ ਉਹ ਕੋਈ ਦਵਾਈ ਟੱਪਾ ਲੈਣ ਲਈ ਜਾਂ ਕੋਈ ਸਮਾਨ ਲੈਣ ਲਈ ਬਾਹਰ ਨਿਕਲਦਾ, ਕਿਸੇ ਤੋਂ ਮਜਬੂਰ ਹੋ ਕੇ ਮੰਗਦਾ, ਉਹ ਤਾਂ ਬਾਹਰ ਨਿਕਲਦਾ। ਉਹਦੇ ਡਾਂਗਾ ਨਾ ਮਾਰੋ, ਉਹਨੂੰ ਪਿਆਰ ਨਾਲ ਸਮਝਾਓ ਕਿ ਆਹ ਜਿਹੜਾ ਲੋਕਡਾਊਨ ਹੈ ਤੇਰੇ ਫਾਇਦੇ ਲਈ ਹੈ, ਤੁਹਾਡੇ ਬੱਚਿਆਂ ਲਈ ਹੈ। ਮੈਂ ਇਹੀ ਬੇਨਤੀ ਕਰ ਰਿਹਾ। ਮੈਂ ਕੋਈ ਕਿਸੇ ਨੂੰ ਨਿੰਦ ਨਹੀਂ ਰਿਹਾ, ਨਾ ਮੈਂ ਤਾਂ ਫਿਰ ਇੱਕ ਵਾਰੀ ਸਲੂਟ ਕਰ ਰਿਹਾ ਵੀ ਪੰਜਾਬ ਪੁਲਿਸ ਨੂੰ ਵੀ, ਪੱਤਰਕਾਰ ਵੀਰਾਂ ਨੂੰ ਵੀ, ਸਾਰੇ ਨੂੰ, ਹਿੰਦੁਸਤਾਨ ਦੇ ਪੱਤਰਕਾਰ ਵੀਰਾਂ ਨੂੰ, ਪੰਜਾਬ ਦੇ ਪੱਤਰਕਾਰ ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ। ਤੇ ਜਿੰਨੇ ਵੀ ਤੁਸੀਂ ਸਾਡੇ ਪੁਲਿਸ ਮੁਲਾਜ਼ਮ ਹੈ, ਡਾਕਟਰ ਹੈ, ਇਹ ਸਾਰੇ ਹੀ ਸਾਡੇ ਲਈ ਤੁਸੀਂ ਰੱਬ ਦਾ ਰੂਪ ਬਣ ਕੇ ਸਾਡੇ ਲਈ ਦਿਨ ਰਾਤ ਇੱਕ ਕਰ ਰਹੇ ਹੋ। ਮੈਂ ਬੇਨਤੀ ਕਰਦਾ ਉਹ ਕਨਸਟੇਬਲ ਭੈਣਾਂ ਦੀ ਵੀ ਬੇਨਤੀ ਕਰਦਾ ਜਿਨ੍ਹਾਂ ਦੀਆਂ ਮਾਵਾਂ ਬੱਚੇ ਹੈਗੇ ਆ, ਲੇਡੀਜ਼ ਪੁਲਿਸ, ਉਹ ਵੀ ਸਾਡੇ ਲਈ ਅੱਜ ਵਿਚਾਰੀਆਂ ਚੁਰਾਹਿਆਂ ਤੇ ਖੜੀਆਂ ਸਾਡੀ ਸੇਵਾ ਕਰ ਰਹੀਆਂ। ਮੈਂ ਉਹਨਾਂ ਨੂੰ ਨਿੰਦ ਨਹੀਂ ਰਿਹਾ, ਮੈਂ ਉਹਨਾਂ ਨੂੰ ਸਲੂਟ ਕਰਦਾ। ਤੇ ਸਾਰੇ ਬਠਿੰਡਾ ਹੀ ਨਹੀਂ, ਸਾਰੇ ਪੰਜਾਬ ਕਰਨੀਓ, ਸਾਰੇ ਹਿੰਦੁਸਤਾਨ ਕਰਨੀਓ
ਉਹਨਾਂ ਦਾ ਕੋਟੀ ਧੰਨਵਾਦ ਕਰਦਾ। ਆਓ ਆਪਾਂ ਰਲ ਮਿਲ ਕੇ ਕਰੋਨਾ ਨੂੰ ਭਜਾਉਣ ਲਈ ਜੋ ਸਾਨੂੰ ਸਰਕਾਰਾਂ ਕਹਿ ਰਹੀਆਂ ਉਹਦੀਆਂ ਹਦਾਇਤਾਂ ਮੰਨਦੇ ਹੋਈਏ ਘਰਾਂ 'ਚ ਰਹੀਏ। ਤੇ ਸਰਕਾਰਾਂ ਨੂੰ ਵੀ ਬੇਨਤੀ ਹੈ, ਘਰਾਂ 'ਚ ਰੱਖਣ ਲਈ ਸਾਨੂੰ ਢਿੱਡ ਭਰਨ ਲਈ ਰੋਟੀ ਦਿਓ, ਦੁੱਧ ਦਿਓ, ਚਾਹ ਦਿਓ, ਪੱਤੀ ਦਿਓ, ਸਾਰਾ ਕੁਝ ਸਾਨੂੰ ਦਿਓ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਬਿਲਕੁਲ ਜੀ, ਇਹ ਸੀ ਆਪਣੇ ਵਿਜੇ ਕੁਮਾਰ MC ਸੰਘਰਸ਼ ਕਮੇਟੀ ਦੇ ਪ੍ਰਧਾਨ, ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ। ਕੋਈ ਗੱਲਾਂ ਸੀ ਜਿਹੜੀਆਂ ਦਿਲ ਦੇ ਵਿੱਚ, ਕਿਉਂਕਿ ਸਾਰੀਆਂ ਦੱਸਣੀਆਂ ਸੀ ਇਹਨਾਂ ਨੇ, ਚਾਹੁੰਦੇ ਸੀ ਕਿ ਜੇ ਕੁਝ ਨਹੀਂ ਮਿਲਦਾ, ਕਿਉਂਕਿ ਸਰਕਾਰਾਂ ਨੂੰ ਚਾਹੀਦਾ ਵੀ ਹਰ ਘਰ ਦੇ ਵਿੱਚ ਰਾਸ਼ਨ ਪਹੁੰਚੇ, ਰੋਟੀ ਪਹੁੰਚੇ। ਜਿਨ੍ਹਾਂ ਦੇ ਕੰਮ ਪ੍ਰਾਈਵੇਟ ਜਿਹੜੇ ਲੋਕ ਆ, ਜਿਨ੍ਹਾਂ ਦੇ ਕੰਮ ਬੰਦ ਹੋ ਗਏ, ਮਿਡਲ ਕਲਾਸ ਦੇ ਲੋਕ ਆ, ਬਹੁਤ ਦੁਖੀ ਆ, ਜਿਨ੍ਹਾਂ ਨੂੰ ਕੁਝ ਨਹੀਂ ਮਿਲਦਾ, ਸਿਲੰਡਰ ਤੱਕ ਖਤਮ ਹੋ ਗਏ, ਪੈਸੇ ਹੈ ਨਹੀਂ ਕਿਉਂਕਿ ਕੰਮ ਹੀ ਬੰਦ ਹੋ ਗਏ। ਵਾਰ-ਵਾਰ ਉਹਨਾਂ ਨੇ ਉਹੀ ਗੱਲਾਂ ਦੁਹਰਾਈਆਂ ਗਈਆਂ, ਉਹੀ ਗੱਲਾਂ ਅਸੀਂ ਤੁਹਾਨੂੰ ਫਿਰ ਅੱਜ ਬਠਿੰਡਾ ਦੇ ਰਾਮਬਾਗ ਦੇ ਵਿੱਚ ਪਹੁੰਚੇ ਹਾਂ, ਜਿੱਥੇ ਹੁਣ ਦੱਸੀਏ ਇਹ ਜਿਹੜੇ ਬਲਦੇ ਸਿਵੇ ਇਸ ਟਾਈਮ ਜਿਹੜੀ ਆ ਰੇਸ਼ੋ ਆ ਜਿਹੜੀ ਬਹੁਤ ਘਟ ਗਈ। ਪੂਰੀ ਦੁਨੀਆ ਦੇ ਵਿੱਚ ਜਿਹੜਾ ਲੋਕਡਾਊਨ ਲੱਗਿਆ ਹੋਇਆ, ਕਿਉਂਕਿ ਐਕਸੀਡੈਂਟ ਆ ਜਿਹੜੇ ਉਹ ਘਟ ਗਏ। ਜਿਹੜੇ ਨਾਰਮਲ ਡੈਥਾਂ ਹੁੰਦੀਆਂ, ਜਿਹੜੀਆਂ ਮੌਤਾਂ ਹੁੰਦੀਆਂ, ਉਹ ਨਾਰਮਲ ਹੀ ਡੈਥਾਂ ਜਿਹੜੀਆਂ ਹੋ ਰਹੀਆਂ। ਜਿਹੜੀ ਐਵਰੇਜ ਆ, ਜਿੱਥੇ ਅਸੀਂ ਖੜੇ ਹਾਂ ਇਸ ਟਾਈਮ 2-3 ਦੀ ਐਵਰੇਜ ਰਹਿ ਗਈ, ਜਿੱਥੇ 6-7 ਦੀ ਐਵਰੇਜ ਹੁੰਦੀ ਸੀ। 150 ਦੇ ਕਰੀਬ ਮਹੀਨੇ ਦੇ ਵਿੱਚ ਡੈਥਾਂ ਹੁੰਦੀਆਂ ਸੀ ਜਿਹੜੀਆਂ ਸਿਵੇ ਬਲਦੇ ਸੀ। ਪੂਰੀ ਦੁਨੀਆ ਦੇ ਵਿੱਚ ਲੋਕਡਾਊਨ ਹੈ। ਕੁਦਰਤ ਦੇ ਜਿਹੜੇ 7 ਸਮੁੰਦਰ ਗੱਲ ਕੀਤੀ ਜਾਵੇ, ਦੁਨੀਆ ਦੇ ਵਿੱਚ 7 ਸਮੁੰਦਰ, 71% ਪਾਣੀ ਹੈ। ਜੰਗਲ ਪਹਾੜ ਜਿਹੜੇ ਹੈਗੇ ਇਹ 10 ਤੋਂ 15%। ਵਿਸ਼ਵ ਦੀ ਆਬਾਦੀ ਕੀਤੀ ਜਾ, ਵਿਸ਼ਵ ਦੇ ਵਿੱਚ 750 ਕਰੋੜ ਲੋਕ ਹਨ। ਹਰ ਦੇਸ਼ ਆਪਣੀ ਪਾਵਰ ਦੀ ਗੱਲ ਕਰਦਾ, ਪਾਵਰ ਦਿਖਾਉਂਦੇ ਸੀ। ਮੇਰੀ ਪਾਵਰਫੁੱਲ, ਮੈਂ ਪਾਵਰਫੁੱਲ ਆ, ਮੈਂ ਪਾਵਰਫੁੱਲ ਆ, ਮੇਰੇ ਕੋਲੇ ਪਾਵਰ ਆ, ਵੱਡੇ ਹਥਿਆਰ ਆ, ਵੱਡੇ ਪਰਮਾਣੂ ਹਥਿਆਰ ਆ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ। ਪੈਸਾ ਸੀ, ਬੜਾ ਪੈਸਾ ਲੋਕਾਂ ਕੋਲੇ। ਜਿਹੜੀਆਂ ਸਰਕਾਰਾਂ ਸੀ ਬਾਹਰ, ਇਟਲੀ, USA ਦੀ ਗੱਲ ਕੀਤੀ ਜਾਵੇ, ਬੜਾ ਉਹਨਾਂ ਕੋਲੇ ਪੈਸੇ ਆ, ਡਾਲਰ ਆ, ਕੈਨੇਡਾ ਕੋਲੇ। ਅੱਜ ਸਭ ਕੁਝ ਫੇਲ ਹੋ ਗਿਆ। ਇਸ ਜਗ੍ਹਾ ਤੇ ਆਉਣਾ ਦੋਸਤੋ, ਆਪਾਂ ਹਰ ਇੱਕ ਨੇ ਇਸ ਜਗ੍ਹਾ ਤੇ ਆਉਣਾ। ਲਾਸਟ ਜਿਹੜੀ ਆਹ ਜਗ੍ਹਾ ਮਿਲਣੀ ਆ, ਕਿੰਨੀ ਕੀ ਜਗ੍ਹਾ ਤੁਸੀਂ ਦੇਖ ਲਓ, ਇਹ ਜਗ੍ਹਾ ਮਿਲਣੀ ਆ। ਹਰ ਟਾਈਮ ਬੰਦਾ ਮੇਰੀ, ਮੈਂ ਇਹ ਕਰਤਾ, ਹੋਮੀਓ ਦੇ ਨਾਲ ਭਰਿਆ ਹੋਇਆ ਇਨਸਾਨ, ਹੋਮੀਓ ਦੇ ਨਾਲ। ਅਮਰੀਕਾ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਕਰੋਨਾ ਦੇ ਪੀੜਤ ਹਨ। ਇਟਲੀ ਦੇ ਵਿੱਚ 1,97,675 ਹਨ, 1,97,675। ਨਵੇਂ ਕੇਸ ਜਿਹੜੇ ਹੈਗੇ 2324, 2,324। ਜਿਹੜੀਆਂ ਮੌਤਾਂ ਦੀ ਗੱਲ ਕੀਤੀ ਜਾਵੇ 26,644 ਮੌਤਾਂ ਹੋ ਗਈਆਂ। ਨਵੀਆਂ ਮੌਤਾਂ ਜਿਹੜੀਆਂ ਹੈਗੀਆਂ 260 ਟੋਟਲ। ਰੀਕਵਰ ਜਿਹੜੀਆਂ ਹੋਈਆਂ, ਰੀਕਵਰ ਬੰਦੇ ਜਿਹੜੇ ਹੋ ਗਏ 64,928 ਜਿਹੜੇ ਰੀਕਵਰ ਹੋ ਗਏ ਇਸ ਟਾਈਮ। USA ਦੀ ਗੱਲ ਕੀਤੀ ਜਾਵੇ, ਸਭ ਤੋਂ ਜ਼ਿਆਦਾ USA ਤੇ ਪ੍ਰਭਾਵ ਪਿਆ। USA ਦੇ ਵਿੱਚ 9,75,798 ਜਿਹੜੇ ਨਵੇਂ ਕੇਸ ਆ ਇਸ ਟਾਈਮ। ਜਿਹੜੀ ਗੱਲ ਕੀਤੀ ਜਾਵੇ USA ਦੇ ਵਿੱਚ 9,75,798 ਇਹ ਅੰਕੜੇ ਆ, ਨਵੇਂ ਜਿਹੜੇ ਕੇਸ ਆ। ਤੇ 15,147 ਟੋਟਲ ਮੌਤਾਂ ਜਿਹੜੀਆਂ ਹੋਈਆਂ। 94,941 ਹੋ ਗਈਆਂ ਨਵੀਆਂ। ਜਿਹੜੇ ਨਵੇਂ ਅੰਕੜੇ ਜਿਹੜੇ ਹੈਗੇ ਸੀ 685 ਮੌਤਾਂ ਹੁਣ ਤੱਕ ਹੋ ਗਈਆਂ। ਰੀਕਵਰ ਹੋਇਆ 1,18,633 ਹੋ ਗਏ ਜਿਹੜੇ ਰੀਕਵਰ ਹੋਏ ਆ। ਜਿਹੜੇ USA ਦਾ ਸਭ ਤੋਂ ਜ਼ਿਆਦਾ ਅੰਕੜੇ ਆ USA ਦੇ। ਤੁਹਾਨੂੰ ਫੇਰ ਦੱਸ ਦਈਏ 9,75,798 ਤੇ ਨਵੇਂ ਕੇਸ ਆ ਜਿਹੜੇ 15,147 ਟੋਟਲ। ਮੌਤਾਂ ਹੋ ਗਈਆਂ ਜਿਹੜੀਆਂ ਹੁਣ ਤੱਕ 54,941 ਮੌਤਾਂ ਹੁਣ ਤੱਕ ਹੋ ਗਈਆਂ। ਨਵੀਆਂ ਮੌਤਾਂ ਹੋਈਆਂ 685। ਰੀਕਵਰ ਹੋ ਗਏ, ਰੀਕਵਰ ਹੋ ਰਹੇ ਆ ਜਿਹੜੇ ਇਸ ਟਾਈਮ। ਰੀਕਵਰ ਜਿਹੜੇ ਹੋਏ 58,59 5,939 ਕੇਸ ਜਿਹੜੇ ਰੀਕਵਰ ਹੋ ਗਏ। ਤੇ ਆਪਣੀ ਜਗ੍ਹਾ ਤੇ ਸੁਪਰ ਪਾਵਰ ਜਿਹੜੀਆਂ ਤੁਹਾਨੂੰ ਦੱਸਿਆ, ਜਿਹੜੀਆਂ ਇਹ ਸਰਕਾਰਾਂ ਸੀ, ਇਟਲੀ, USA, ਬਹੁਤ ਪੈਸਾ ਇਹਨਾਂ ਕੋਲੇ ਸੀ, ਡਾਕਟਰ ਇਹਨਾਂ ਕੋਲੇ ਆ, ਤੇ ਚੰਗਾ ਸਿਸਟਮ ਸਾਰਾ ਕੁਝ, ਸੜਕਾਂ ਇਹਨਾਂ ਕੋਲੇ ਵਧੀਆ। ਬਾਹਰਲੇ ਦੇਸ਼ਾਂ ਦੇ ਵਿੱਚ ਕਿਵੇਂ ਪੈਸਾ ਸੜਕਾਂ ਉੱਤੇ ਪੱਤਿਆਂ ਵਾਂਗੂ ਰੁਲ ਰਿਹਾ, ਕਿਵੇਂ ਨਜ਼ਰ ਆਇਆ? ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਹੈ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੋਏ ਪਏ। ਬਹੁਤ ਲੋਕਾਂ ਜਿਹੜੇ ਵਹਿਮ ਪਾਲ ਰੱਖਿਆ ਸੀ, ਇਹਨਾਂ ਲੋਕਾਂ ਨੇ ਵਹਿਮ ਪਾਲ ਰੱਖਿਆ ਸੀ
ਕੁਦਰਤ ਨੂੰ ਭੁੱਲ ਗਏ ਸੀ, ਪਰ ਕੁਦਰਤ ਆ ਜਿਹੜੀ ਉਹ ਆਪਦੇ ਰੰਗ ਦਿਖਾ ਰਹੀ ਆ। ਇਸ ਟਾਈਮ ਜਿਹੜਾ ਵਕਤ ਆ ਜਿਹੜਾ ਕੌਣ ਚਲਾਉਂਦਾ ਦੇਸ਼ ਨੂੰ, ਕਿਵੇਂ ਦੇਸ਼ ਚੱਲ ਰਿਹਾ ਇਸ ਟਾਈਮ, ਕਿਵੇਂ ਚੱਲ ਰਿਹਾ ਦੇਸ਼ ਨੂੰ ਚਲਾ ਰਿਹਾ ਜਿਹੜਾ ਇਸ ਟਾਈਮ ਵਕਤ ਸਮਾਜਿਕ ਸੰਸਥਾਵਾਂ ਚਲਾ ਰਹੀਆਂ, NGO ਚਲਾ ਰਹੀਆਂ, ਇਸ ਟਾਈਮ ਪੁਲਿਸ ਪ੍ਰਸ਼ਾਸਨ ਚਲਾ ਰਿਹਾ, ਸਫਾਈ ਕਰਮਚਾਰੀ ਚਲਾ ਰਹੇ ਆ ਦੇਸ਼ ਨੂੰ, ਇਸ ਟਾਈਮ ਡਰਾਈਵਰ ਚਲਾ ਰਹੇ ਆ, ਡਾਕਟਰ ਚਲਾ ਰਹੇ ਆ, ਨਰਸਾਂ ਚਲਾ ਰਹੀਆਂ। ਜਿਹੜਾ ਕੁਦਰਤ ਨਾਲ ਜਿਹੜਾ ਪੰਗਾ ਲੈਤਾ ਬਹੁਤ ਮਹਿੰਗਾ ਪਿਆ। ਕਿਸ ਤਰ੍ਹਾਂ ਲੋਕ ਨੌਨ ਵੈਜ ਜਿਹੜੇ ਖਾਂਦੇ ਸੀ, ਕਿਵੇਂ ਲੋਕ ਗੱਲ ਕਰਦੇ ਸੀ ਅਸੀਂ ਚੰਦਰਮਾ 'ਤੇ ਪਹੁੰਚਣਾ, ਉੱਥੇ ਹੀ ਘਰ ਬਣਾਉਣਾ ਅਸੀਂ, ਹਰੇਕ ਚੀਜ਼ ਹੈ ਜਿਹੜੀ ਕੁਦਰਤ ਨਾਲ ਪੰਗਾ ਲੈਣ ਲੱਗ ਗਈ। ਤੇ ਅੱਜ ਕੁਦਰਤ ਨੇ ਰੰਗ ਦਿਖਾਤੇ। ਕੁਦਰਤ ਬਿਲਕੁਲ ਦੇਖਿਓ ਜੀ, ਰੱਬ ਸਭ ਤੋਂ ਕਹਿੰਦੇ ਆ ਨਾ, ਪਰਮਾਤਮਾ ਸਭ ਤੋਂ ਵੱਡਾ, ਕੋਈ ਦੇਸ਼ ਵੱਡਾ ਨਹੀਂ ਉਸ ਤੋਂ ਹੋਇਆ। ਸਾਰੇ ਦੇਸ਼ਾਂ ਨੇ ਘੁਟਨੇ ਟੇਕਤੇ ਇਸ ਟਾਈਮ, ਲਾਸ਼ਾਂ ਵਿਛਾਤੀਆਂ। ਕਈ ਦੇਸ਼ਾਂ ਦੇ ਕੋਲੇ ਤਾਂ ਵਰਨ ਕਰਨ ਵਾਸਤੇ ਕੇਸ ਹੈ ਨਹੀਂ, ਇੱਕ ਮਸ਼ੀਨ ਆ ਜਿਹੜੀ 25 ਕੇਸ ਜਿਹੜੀ ਕਰਦੀ ਆ ਡੇਲੀ ਦੇ। ਪਰ ਕੀ ਇਹ ਜਿਹੜੀਆਂ ਹੁਣ ਡੈੱਡ ਬੋਡੀਆਂ ਜਿਹੜੀਆਂ ਹੁਣ ਲੋਕ ਦੱਬ ਰਹੇ ਆ, JVC ਮਸ਼ੀਨਾਂ ਨਾਲ ਚੱਕ ਰਹੇ ਆ, ਜਿਹੜਾ ਨਤੀਜਾ ਤੁਸੀਂ ਦੇਖੋ, ਚੰਦਰਮੇ ਦੀ ਗੱਲ ਕਰਾਉਂਦੇ ਸੀ ਘਰ ਬਣਾਉਣਾ ਸੀ, ਕਈ ਤਾਂ ਮੰਗਲ ਗ੍ਰਹਿ ਤੇ, ਕਈ ਕਹਿੰਦੇ ਸੀ ਲੋਕ ਪੋਸਟਾਂ ਪਾਉਂਦੇ ਸੀ ਯਾਰ ਉੱਥੇ ਸੋਡਾ ਗਰਮ ਆਪਣਾ ਖਾਰਾ ਮਿਲੂਗਾ ਕਿ ਨਹੀਂ ਮਿਲੂਗਾ, ਭੁਜੀਆ ਮਿਲੂਗਾ ਕਿ ਨਹੀਂ ਮਿਲੂਗਾ, ਇਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਸੀ ਲੋਕ ਵੀ ਚੰਦਰਮੇ 'ਤੇ ਇਹ ਚੀਜ਼ਾਂ ਲੈ ਕੇ ਜਾਣ ਵਾਲੀਆਂ ਹੁੰਦੀਆਂ। ਚੰਦਰਮੇ ਨਾਲ ਛੇੜਛਾੜ ਕੀਤੀ ਹੈ, ਮੰਗਲ ਗ੍ਰਹਿ ਨਾਲ ਛੇੜਛਾੜ ਕੀਤੀ ਹੈ ਤੁਸੀਂ, ਤੇ ਉਹਦਾ ਜਿਹੜਾ ਭੁਗਤ ਰਿਹਾ ਸਾਰੀ ਦੁਨੀਆ ਭੁਗਤ ਰਹੀ ਆ। ਹਵਾ ਚੱਲਣ ਲੱਗ ਗਈ। ਅਸੀਂ ਜਿਹੜੇ ਇੱਥੇ ਰਾਮਬਾਗ ਦੇ ਵਿੱਚ ਖੜੇ ਆ, ਕੁਦਰਤ ਨੇ ਜਿਹੜਾ ਹੁਣ ਇਸ ਟਾਈਮ ਸਾਰਾ ਕੁਝ ਸਾਫ਼ ਕਰਕੇ ਰੱਖ ਦਿੱਤਾ। ਕਿਵੇਂ ਜੰਗਲੀ ਜਾਨਵਰ ਤੁਸੀਂ ਸੜਕਾਂ 'ਤੇ ਦੇਖ ਰਹੇ ਹੋ, ਕਿਵੇਂ ਸੜਕਾਂ 'ਤੇ ਆ ਗਏ, ਕਿਉਂਕਿ ਜੇ ਹੁਣ ਇਨਸਾਨ ਘਟ ਗਏ, ਇਨਸਾਨ ਘਰਾਂ ਦੇ ਵਿੱਚ ਲੋਕਡਾਊਨ ਹੋ ਗਏ, ਜਾਨਵਰ ਪਿੰਜਰਿਆਂ 'ਚੋਂ ਨਿਕਲ ਕੇ ਉਹ ਆਪਣੀਆਂ ਜਗ੍ਹਾ 'ਤੇ ਆ ਗਏ, ਸੜਕਾਂ 'ਤੇ ਆ ਗਏ। ਚਿੜੀਆਂ ਦੀ ਚੂੰ ਦੇਖਣ ਨੂੰ, ਚੀਚੀ ਰੌਲਾ ਪੈਣਾ ਲੱਗ ਗਿਆ, ਚਿੜੀਆਂ ਵਾਪਸ ਆ ਗਈਆਂ, ਕਿਉਂਕਿ ਜਿਹੜੇ ਅਲੋਪ ਹੋ ਗਏ ਸੀ ਜਾਨਵਰ ਪੰਛੀ ਉਹ ਦੁਬਾਰਾ ਇੱਥੇ ਫਿਰ ਵਾਪਸ ਉਹ ਨਜ਼ਰ ਆ ਰਹੇ ਆ। ਤੇ ਦਰਿਆ ਦਾ ਜਿਹੜਾ ਪਾਣੀ ਸੀ ਉਹ ਜ਼ਹਿਰੀਲਾ ਹੋ ਗਿਆ ਸੀ, ਪਾਣੀ ਉਹ ਫੇਰ ਹੁਣ ਅੱਜ ਸਾਫ਼ ਹੋ ਗਿਆ। ਕਿੰਨੀਆਂ ਫੈਕਟਰੀਆਂ ਚੱਲਦੀਆਂ ਸੀ, ਕਿੰਨੀਆਂ ਫੈਕਟਰੀਆਂ ਦਾ ਸਾਰਾ ਪਾਣੀ ਜਿਹੜਾ ਕੈਮੀਕਲ ਦਾ ਉਹ ਨਹਿਰਾਂ ਦੇ ਵਿੱਚ ਚਲਾ ਗਿਆ ਸੀ। ਇਨਸਾਨਾਂ ਦੀ ਜਿਹੜੀ ਗਿਣਤੀ ਸੀ ਦੇਖੋ, ਰੋਜ਼ ਅਟੈਕ ਹੁੰਦੇ ਸੀ, ਡੈਥਾਂ ਹੁੰਦੀਆਂ ਸੀ, ਡੇਲੀ ਅਟੈਕ ਹੋ ਗਿਆ, ਸ਼ੂਗਰ ਹੋ ਗਿਆ, ਉਹ ਕਿੰਨੀ ਰੈਸ਼ੋ ਘਟ ਗਈ, ਕਿੰਨਾ ਫਰਕ ਪੈ ਗਿਆ। ਐਵਰੇਜ ਲਾਈ ਜਾਵੇ ਦੇਖੀਏ ਤੁਸੀਂ, 150 ਦੀ ਗਿਣਤੀ ਸੀ ਅਸੀਂ ਜਿੱਥੇ ਇਸ ਰਾਮਬਾਗ ਦੇ ਵਿੱਚ ਖੜੇ ਹਾਂ, ਤੇ 150 ਤੋਂ ਲੈ ਕੇ 300 ਤੱਕ। ਹੁਣ ਇੱਥੇ ਐਵਰੇਜ ਜਦੋਂ ਅਸੀਂ ਗੱਲ ਕੀਤੀ ਤਾਂ 50 ਦੀ ਐਵਰੇਜ ਰਹਿ ਗਈ। ਇਸ ਇਕੱਲੇ ਰਾਮਬਾਗ ਜਿਹੜਾ ਦਾਣਾ ਮੰਡੀ ਦੇ ਵਿੱਚ ਜਿੱਥੇ ਅਸੀਂ ਖੜੇ ਹਾਂ 50 ਦੀ ਐਵਰੇਜ ਰਹੇਗੀ। ਜਿਹੜੀਆਂ ਨਾਰਮਲ ਡੈਥਾਂ ਹੁੰਦੀਆਂ, ਨਾਰਮਲ ਜਿਹੜੇ ਲੋਕ ਜਿਹੜੇ ਡੈੱਡ ਬੋਡੀਆਂ ਹੁੰਦੀਆਂ, ਤੇ ਜਿਹੜੇ ਅਟੈਕ ਹੁੰਦੇ ਸੀ ਬਹੁਤ ਘਟ ਗਏ ਜਿਹੜੇ ਅਟੈਕ ਹੁੰਦੇ ਸੀ, ਕਿਉਂਕਿ ਫਾਸਟ ਫੂਡ ਆ ਜਿਹੜਾ ਬਹੁਤ ਲੋਕ ਖਾਂਦੇ ਸੀ, ਜਿਸ ਨਾਲ ਟੈਨਸ਼ਨਾਂ ਦੇ ਵਿੱਚ ਰਹਿੰਦੇ। ਫਾਸਟ ਫੂਡ ਖਾਣਾ, ਕਿਸ ਤਰ੍ਹਾਂ ਦਾ ਤੇਲ ਘਿਓ ਵਰਤਿਆ ਜਾਂਦਾ ਸੀ, ਉਹਦੇ ਨਾਲ ਬੜਾ ਫਰਕ ਪੈ ਗਿਆ, ਤੇ ਇਸ ਨਾਲ ਜਿਹੜੀ ਕਾਫੀ ਜਿਹੜੀ ਰੇਸ਼ੋ ਉਹ ਘਟ ਗਈ। ਤੇ ਲੋਕਡਾਊਨ ਤੇ ਜਿਵੇਂ ਸਾਰੀ ਦੁਨੀਆ ਦੇ ਵਿੱਚ ਭਾਜੜਾਂ ਪਾ ਦਿੱਤੀਆਂ, ਕੁਦਰਤ ਦੇ ਨਾਲ ਪੰਗਾ ਲੈਤਾ, ਕੁਦਰਤ ਨੇ ਦਿਖਾ ਦਿੱਤਾ ਸਾਰਾ ਕੁਝ। ਜਿਹੜੇ ਲੋਕ ਕਹਿੰਦੇ ਸੀ ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਉਹ ਸਾਰਾ ਕੁਝ ਅੱਜ ਉੱਥੇ ਹੀ ਰਹਿ ਗਿਆ। ਲੋਕਾਂ ਦੀ ਜ਼ਮੀਰ ਤੱਕ ਮਰ ਗਈ ਸੀ, ਰੱਬ ਨੂੰ ਲੋਕ ਭੁੱਲ ਬੈਠੇ ਸੀ। ਅੱਜ ਲੋਕਾਂ ਨੂੰ ਫਿਰ ਰੱਬ ਯਾਦ ਆ ਗਿਆ। ਲੋਕ ਘਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਜਪੀ ਜਾਂਦੇ ਆ, ਪਰਮਾਤਮਾ ਦਾ, ਰੱਬ ਦਾ ਨਾਮ ਜਪੀ